नाल क्लेम टाइम च हेल्प भी करते हैं। नवरूप रंधावा लाइफ इंश्योरेंस, मेडिकल इंश्योरेंस, इनकम प्रोटेक्शन, मॉर्गेज, रेंट प्रोटेक्शन, इनकम इंश्योरेंस ते टोटल एंड परमानेंट डिसेबिलिटी ਲਈ ਵੀ ਅਸਿਸਟ ਕਰਦੇ ਨੇ। Call नवरूप रंधावा 022-514-1399 और email at navroop@wessureyou.co.nz। ਸਿਆਣੇ ਕਹਿੰਦੇ ਨੇ ਘਰ ਦਾ हमारे रेड वाला बटन लाइव वाला ਦਾਦਾ ਵੀ ਅੱਛਾ। ਪਿਓ ਪਾਲੇ ਤੇ ਪੋਤਾ ਵੱਡੇ ਤਾਂ ਹੀ ਤਾਂ ਅਸੀਂ ਤੁਹਾਡੇ ਸੁਪਨਿਆਂ ਦੇ ਘਰ ਦੀ ਅਹਿਮੀਅਤ ਸਮਝਦੇ ਹਾਂ। एनवी ज़्यादा होम्स refresh नहीं लिमिटेड किया। जो कि सब कुछ खुद अच्छा, करते हैं, blue वाला डिजाइनिंग बटन से आया लेके से बिल्डिंग तक और की हैंडओवर हाँ, तक। चलो, एनवी देख रहे हैं, होम्स that's जिन्होंने right, पिछले yeah। 10 साल का एक्सपीरियंस है, जो कि माहिर ने रेजिडेंशियल हाउसेस, मल्टी डुप्लेक्स टाउन हाउसेस ते अप टू 3 लेवल लार्ज हाउसेस विच इन्हां दी प्रोफेशनल टीम जो कि काम डिलीवर करे ऑन टाइम एवरी टाइम। ਵਧੇਰੀ ਜਾਣਕਾਰੀ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਐਨਵੀ ਹੋਮਸ, ਪਾਪਾ ਟੋਏ ਟੋਏ, ਆਕਲੈਂਡ or 2219031333 ਤੇ। ਐਨਵੀ ਹੋਮਸ। ਅਤੇ ਆਕਲੈਂਡ ਤੋਂ ਇਲਾਵਾ ਐਮਬੀ ਹੋਮ ਦੀਆਂ ਸੇਵਾਵਾਂ ਹੁਣ ਤੁਸੀਂ ਹੈਮਿਲਟਨ ਦੇ ਵਿੱਚ ਵੀ ਪ੍ਰਾਪਤ ਕਰ ਸਕਦੇ ਹੋ। MB Homes registered master builders ਨੇ। ਵੈਲਕਮ ਬੈਕ ਦੋਸਤੋ, ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ, ਕਿਉਂਕਿ ਸਿਆਲਾਂ ਦੀ ਰੁੱਤ ਹੈ ਤੇ ਨਾਲ ਮੌਸਮ ਵੀ ਗਿੱਲਾ ਹੈ। ਬੇਈਮਾਨ ਮੌਸਮ ਦੇ ਵਿੱਚ ਬਿਲਕੁਲ ਇਹਤਿਆਤ ਦੇ ਨਾਲ ਤੁਸੀਂ ਗੱਡੀ ਚਲਾਉਣੀ। ਪ੍ਰੋਗਰਾਮ ਨਿਊਜ਼ੀਲੈਂਡ ਦਿਸ ਵੀਕ ਦੇ ਵਿੱਚ ਮੇਰੇ ਵੱਲੋਂ ਪਰਮਿੰਦਰ ਸਿੰਘ ਪਾਪਾ ਟੋਏ ਵੱਲੋਂ ਰੇਡੀਓ ਦੇ ਰਾਹੀਂ ਸੁਣਨ ਵਾਲੇ ਆਪਣੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਤੇ ਫੇਸਬੁੱਕ ਪੇਜ ਦੇ ਰਾਹੀਂ ਲਾਈਵ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਹੈ। ਔਰ ਜਿੱਥੇ ਇਸ ਮੌਸਮ ਦੇ ਵਿੱਚ ਅਸੀਂ ਵੱਖ-ਵੱਖ ਚਰਚਾਵਾਂ ਕਰ ਰਹੇ ਹਾਂ, ਆਪਣੇ ਕੀਤੇ ਵਾਅਦੇ ਮੁਤਾਬਕ ਅਸੀਂ ਇਹ ਵੀ ਚਰਚਾ ਜਿਹੜੀ ਹੈ ਜ਼ਰੂਰੀ ਸਮਝਦੇ ਹਾਂ ਕਿ ਜਿਸ ਦੇ ਵਿੱਚ ਸਾਡੀਆਂ ਜਿਹੜੀਆਂ ਇੱਥੋਂ ਦੀਆਂ ਪ੍ਰੋਫੈਸ਼ਨਲ ਧੀਆਂ ਧਿਆਣੀਆਂ ਨੇ ਉਹ ਇਨਵੋਲਵ ਹੋ ਗਈਆਂ ਨੇ ਔਰ ਦੇਸ਼ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਆਪਣੇ ਕਿੱਤੇ ਦੇ ਮੁਤਾਬਕ, ਆਪਣੇ ਪ੍ਰੋਫੈਸ਼ਨ ਦੇ ਮੁਤਾਬਕ ਤਾਂ ਪਾਉਂਦੀਆਂ ਹੀ ਨੇ, ਲੇਕਿਨ ਆਪਣੇ ਭਾਈਚਾਰੇ ਦੇ ਵਾਸਤੇ ਵੀ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਤਾਂਘ ਹੈ ਉਹ ਜਾਗਦੀ ਹੈ। ਇਸ ਤਾਂਘ ਦੇ ਮੱਦੇਨਜ਼ਰ ਸਾਡੇ ਨਾਲ ਸਟੂਡੀਓ ਦੇ ਵਿੱਚ ਗੁਰਜੀਤ ਕੌਰ ਹਾਜ਼ਰ ਨੇ। ਗੁਰਜੀਤ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਡੇ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ। ਬਹੁਤ ਸ਼ੁਕਰੀਆ ਗੁਰਜੀਤ। ਪਹਿਲਾਂ ਤਾਂ ਪਿਛਲੇ ਹਫਤੇ ਜਿਹੜਾ ਤੁਸੀਂ ਪ੍ਰੋਗਰਾਮ ਕੀਤਾ ਹਰਜੀਤ ਹੋਣਾ ਦੇ ਨਾਲ, ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਆਪਣੀ ਜ਼ਬਾਨ ਦੇ ਵਿੱਚ ਗੱਲ ਕਹਿਣ ਵਾਲੇ ਲੋਕ ਜਿਹੜੇ ਆ ਉਹ ਇਸ ਮੁਲਕ ਦੇ ਵਿੱਚ ਆ ਗਏ। 213 ਵੱਖ-ਵੱਖ ਐਥਨਿਕ ਕਮਿਊਨਿਟੀਜ਼ ਜਿਹੜੀਆਂ ਨੇ ਸਾਡੇ ਇੱਥੋਂ ਦੇ ਬਹੁਤ ਸੱਭਿਅਕ ਸਮਾਜ ਦੇ ਵਿੱਚ, ਮਲਟੀਕਲਚਰਲ ਸੁਸਾਇਟੀ ਦੇ ਵਿੱਚ ਰਹਿੰਦੀਆਂ ਨੇ। ਔਰ ਖਾਸ ਤੌਰ 'ਤੇ ਜਿਹੜੇ ਇਲਾਕੇ 'ਚ ਅਸੀਂ ਬੈਠੇ ਹਾਂ, ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬੀ ਜ਼ਬਾਨ ਨੂੰ ਪਿਆਰ ਕਰਨ ਵਾਲੇ ਨੇ ਔਰ ਬਹੁਤ ਸਾਰੇ ਸਾਡੇ ਜਿਹੜੇ ਬਜ਼ੁਰਗ ਨੇ ਉਹ ਗੁਰਜੀਤ ਇਹੋ ਜਿਹੇ ਨੇ ਜਿਹੜੇ ਕਿ ਸਿਰਫ ਤੇ ਸਿਰਫ ਪੰਜਾਬੀ ਭਾਸ਼ਾ ਹੀ ਸਮਝਦੇ ਨੇ। ਸੋ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ, ਲੇਕਿਨ ਸਾਡੀ ਕੋਸ਼ਿਸ਼ ਇਹ ਕਿ ਪੰਜਾਬੀ ਜ਼ਬਾਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਉਹਨਾਂ ਨੂੰ ਤੁਹਾਡੇ ਅਸੀਂ ਰੂਬਰੂ ਕਰਦੇ ਜਾਈਏ। ਉਸੇ ਕੜੀ ਦੇ ਵਿੱਚ ਗੁਰਜੀਤ ਕੌਰ ਜਿਹੜੇ ਨੇ ਅੱਜ ਇੱਕ ਬਹੁਤ ਅਹਿਮ ਮਾਮਲੇ ਦੇ ਵਿੱਚ ਚਰਚਾ ਕਰਨਗੇ ਔਰ ਇਹ ਮਾਮਲਾ ਹੈ ਜੀ ਸ਼ੱਕਰ ਰੋਗ ਦਾ, ਜਿਹਨੂੰ ਸ਼ੂਗਰ ਵੀ ਕਹਿੰਦੇ ਆ ਔਰ ਅੰਗਰੇਜ਼ੀ ਦੇ ਵਿੱਚ ਇਸ ਨੂੰ ਡਾਇਬਟੀਜ਼ ਕਿਹਾ ਜਾਂਦਾ ਹੈ। ਇਹ ਬਿਮਾਰੀ ਜਿਹੜੀ ਅੱਗੋਂ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਹੈ, ਕਿਹੜੇ ਇਹਤਿਆਤ ਵਰਤਣ ਦੀ ਲੋੜ ਹੈ, ਕਿਹੜੀਆਂ-ਕਿਹੜੀਆਂ ਆਪਣੀਆਂ ਜੀਵਨ ਜਾਚ ਦੀਆਂ ਆਦਤਾਂ ਸਾਨੂੰ ਚੇਂਜ ਕਰਨ ਦੀ ਜ਼ਰੂਰਤ ਹੈ। ਇਹ ਸਾਰੇ ਮਾਮਲਿਆਂ ਦੇ ਉੱਤੇ ਸੰਖੇਪ ਚਰਚਾ ਰਹੇਗੀ। ਲਗਭਗ 20 ਮਿੰਟ ਦੇ ਵਿੱਚ ਆਪਾਂ ਗੁਰਜੀਤ ਕੌਰ ਉਹਨਾਂ ਦੇ ਨਾਲ ਆਪਣੀ ਗੱਲਬਾਤ ਜਿਹੜੀ ਹੈ ਇਹਨੂੰ ਸਮੇਟਣ ਦੀ ਕੋਸ਼ਿਸ਼ ਕਰਾਂਗੇ। ਹਰੇਕ ਗੱਲ ਤੁਸੀਂ ਜਿਹੜੀ ਹੈ ਉਹ ਨੁਕਤਾ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ। ਗੁਰਜੀਤ, ਸੋ ਜਿਹੜੀ ਡਾਇਬਟੀਜ਼ ਅਸਲ ਦੇ ਵਿੱਚ ਜਦੋਂ ਆਪਾਂ ਅੰਕੜੇ ਗਵਾਹ ਦੇਖਦੇ ਹਾਂ ਇਸ ਮੁਲਕ ਦੇ ਵਿੱਚ, ਮੈਂ ਦੇਖ ਰਿਹਾ ਪਿਛਲੇ ਸਾਲਾਂ ਦੇ ਮੁਕਾਬਲੇ ਡਿਸਟ੍ਰਿਕਟ ਹੈਲਥ ਬੋਰਡ ਜਿਹੜਾ ਉਹਦੇ ਅੰਕੜੇ, ਭਾਵੇਂ ਕਿ ਮੈਂ ਇੱਥੇ ਡਿਸਕਲੋਜ਼ ਤਾਂ ਕਦੇ ਨਹੀਂ ਕੀਤੇ, ਲੇਕਿਨ ਮੈਂ ਦੇਖ ਰਿਹਾ ਕਿ ਉਹਨਾਂ ਦੇ ਵਿੱਚ ਸਾਡਾ ਜਿਹੜਾ ਦੱਖਣੀ ਏਸ਼ੀਆਈ ਭਾਈਚਾਰਾ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕਾਰਨ ਕੀ ਹੈ? ਹਾਂਜੀ, ਬਿਲਕੁਲ ਬਹੁਤ ਹੀ ਵਧੀਆ ਇਹ ਸਵਾਲ ਹੈ, ਕਿਉਂਕਿ ਜਦੋਂ ਅਸੀਂ ਕਿਸੇ ਵੀ ਟੌਪਿਕ ਦੇ ਉੱਤੇ ਚਰਚਾ ਕਰਨ ਦੀ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਨੂੰ ਲੋੜ ਕਿਉਂ ਪਈ ਹੈ ਉਸ ਚੀਜ਼ ਦੇ ਬਾਰੇ 'ਚ ਗੱਲ ਕਰਨ ਦੀ। ਤੇ ਇਸ ਕਰਕੇ ਜੇ ਆਪਾਂ ਦੇਖੀਏ ਵੀ ਸਾਡੇ ਜਿਹੜੇ, ਜਿਵੇਂ ਮੈਂ ਪਿਛਲੇ ਸੈਸ਼ਨ ਦੇ ਵਿੱਚ ਵੀ ਆਪਾਂ ਸਮੀਅਰ ਦੇ ਬਾਰੇ 'ਚ ਗੱਲ ਕੀਤੀ ਸੀ ਵੀ ਕਿਵੇਂ ਕੈਂਸਰ ਦੇ ਜਿਹੜੇ ਉਹ ਹੈਗੇ ਨੇ, ਸਾਡੀ ਜਿਹੜੀ ਪੋਪੂਲੇਸ਼ਨ ਹੈ ਉਹਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਕੀ ਹੈ। ਤੇ ਇਸੇ ਤਰ੍ਹਾਂ ਹੀ ਬਿਲਕੁਲ ਆਪਾਂ ਡਾਇਬਟੀਜ਼ ਦੇ ਜੇ ਗੱਲ ਕਰੀਏ ਤੇ ਆਪਣੇ ਜਿਹੜੇ ਕੇਸਿਸ ਨੇ ਉਹ ਕਿੰਨੇ ਹੋ ਰਹੇ ਨੇ, ਕਿੰਨੀ ਸਾਡੀ ਐਸਟੀਮੇਟ ਸੀਗੀ ਅੱਜ ਤੋਂ 10 ਸਾਲ ਪਹਿਲਾਂ ਜਾਂ ਅੱਜ ਤੋਂ 20 ਸਾਲ ਪਹਿਲਾਂ, ਉਹਦੇ ਮੁਤਾਬਿਕ ਜਿਹੜਾ ਐਸਟੀਮੇਟ ਜੋ ਸੀ ਉਹਦੇ ਤੋਂ ਹਮੇਸ਼ਾ ਜਿਹੜੇ ਐਕਚੁਅਲ ਕੇਸਿਸ ਨੇ ਉਹ ਐਕਸੀਡ ਹੀ ਹੋਏ ਨੇ, ਡਾਇਬਟੀਜ਼ ਰਿਲੇਟਡ ਕੇਸਿਸ। ਤੇ ਜੇ ਆਪਾਂ ਫੈਕਟਸ ਦੀ ਗੱਲ ਕਰੀਏ ਤੇ ਸਾਲ 2001 ਦੇ ਵਿੱਚ ਆਪਣੇ ਇੱਕ
1,25,000 ਜਿਹੜੀ ਪੋਪੂਲੇਸ਼ਨ ਸੀ ਟੋਟਲ ਨਿਊਜ਼ੀਲੈਂਡ ਦੇ ਵਿੱਚ ਉਹ ਡਾਇਬੀਟਿਕ ਦੇ ਨਾਲ ਪੀੜਿਤ ਸੀ। ਅੱਛਾ ਤੇ ਜੀ ਇਹ ਅਸੀਂ ਐਸਟੀਮੇਟ ਸੀ ਕਿ ਅੱਜ ਤੋਂ ਆਉਣ ਵਾਲੇ 10 ਸਾਲ ਦੇ ਵਿੱਚ, ਯਾਨੀ ਕਿ 2011 ਦੇ ਵਿੱਚ ਜੀ ਇਹ ਜਿਹੜੇ ਅੰਕੜੇ ਨੇ ਲਗਭਗ 1,80,000 ਦੇ ਕਰੀਬ ਹੋ ਜਾਣਗੇ। ਅੱਛਾ ਪਰ ਐਕਚੁਅਲ ਦੇ ਵਿੱਚ ਜਿਹੜੇ ਸੀ ਉਹ 2,43,000 ਹਮ, ਤੋਂ ਵੀ ਉੱਪਰ ਜਿਹੜੇ ਉਹ ਅੰਕੜੇ ਮਿਨਿਸਟਰੀ ਆਫ ਹੈਲਥ ਦੇ ਵਿੱਚੋਂ ਚਲੇ ਗਏ। ਹਮ, ਤੇ ਜੇ ਅਸੀਂ ਗੱਲ ਕਰੀਏ ਫਿਰ 2014 ਦੇ ਵਿੱਚ ਇਹ ਅੰਕੜੇ ਹੋ ਜਾਂਦੇ ਨੇ 2,57,776 ਹਮ, ਤੇ 19 ਦੇ ਵਿੱਚ ਹੋ ਜਾਂਦੇ ਨੇ 2,63,938। ਤੇ ਇਸ ਕਰਕੇ ਜੇ ਆਪਾਂ ਦੇਖੀਏ ਕਿ ਸਾਡਾ ਜਿਹੜਾ ਹੈਲਥ ਬਜਟ ਹੈਗਾ ਜੀ ਉਹਦਾ ਇੱਕ ਵੱਡਾ ਹਿੱਸਾ ਜਿਹੜਾ ਡਾਇਬੀਟੀਜ਼ ਤੇ ਡਾਇਬੀਟੀਜ਼ ਰਿਲੇਟਡ ਕੰਪਲਿਕੇਸ਼ਨਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਖਰਚਿਆ ਜਾਂਦਾ ਹੈ। ਬਿਲਕੁਲ ਇਸ ਲਈ ਇਸ ਚੀਜ਼ ਦੇ ਬਾਰੇ 'ਚ, ਇਸ ਫੈਕਟਸ ਦੇ ਬਾਰੇ 'ਚ ਗੱਲ ਕਰਨੀ ਜਿਹੜੀ ਹੈ ਉਹ ਹੋਰ ਜ਼ਰੂਰੀ ਹੋ ਜਾਂਦੀ ਹੈ ਜੀ ਵੀ ਅਸੀਂ ਅਗਰ ਇਹਨਾਂ ਦੇ ਵਿੱਚ ਦੇਖੀਏ ਕਿ ਸਾਡੀ ਕੀ ਸ਼ਮੂਲੀਅਤ ਹੈ, ਸਾਡੀ ਕੀ ਪਰਸੈਂਟੇਜ ਹੈਗੀ ਹੈ। ਜੀ ਤੇ ਜਿਵੇਂ ਆਪਾਂ ਦੇਖਿਆ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਆਪਣੇ ਏਸ਼ੀਅਨ ਫਿਗਰਸ ਨੇ ਉਹ ਜੀ। ਉੱਪਰ ਜਾ ਰਹੇ ਨੇ, ਤੇ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਜੇ ਆਪਾਂ ਟੋਟਲ ਪੋਪੂਲੇਸ਼ਨ ਵੀ ਦੇਖੀਏ ਤਾਂ ਅਸੀਂ ਜਿਹੜੀ ਸਾਡੀ ਟੋਟਲ ਪੋਪੂਲੇਸ਼ਨ ਸੀ ਆਬਵੀਅਸਲੀ 2001 'ਚ ਤੁਸੀਂ ਇੰਨੇ ਇੰਡੀਅਨਸ ਨਹੀਂ ਸੀ ਦੇਖਦੇ ਹਾਂਜੀ ਜਿੰਨੇ ਅਸੀਂ ਹੁਣ ਦੇਖਦੇ ਹਾਂ। ਤਾਂ ਸਾਡੀ ਹਾਂਜੀ। ਜਿਹੜੀ ਟੋਟਲ ਪੋਪੂਲੇਸ਼ਨ ਹੈ ਉਹ ਵੀ ਵਧੀ ਹੈ। ਬਿਲਕੁਲ ਪਲੱਸ ਜਦੋਂ ਅਸੀਂ ਆਪਾਂ ਜਿਹੜੀ ਚੀਜ਼ ਕਹਿੰਦੇ ਆ ਵੈਸਟਰਨਾਈਜੇਸ਼ਨ ਹੈ ਨਾ, ਜਦੋਂ ਜੀ। ਅਸੀਂ ਵੈਸਟਰਨਾਈਜੇਸ਼ਨ ਸਾਡੀਆਂ ਜਿਹੜੀਆਂ ਜੌਬਸ ਨੇ ਹਮ, ਉਹ ਜਿਹੜੀਆਂ ਸੈਡੈਂਟਰੀ ਲਾਈਫ ਸਟਾਈਲ ਹੈ ਜਿਹੜਾ ਸਾਡਾ, ਉਹਦੇ ਨਾਲ ਜਿਹੜੀਆਂ ਸਾਡੀਆਂ ਹੈਲਥ ਡਿਜ਼ੀਜ਼ਸ ਜਿਨ੍ਹਾਂ ਨੂੰ ਅਸੀਂ ਇੱਕ ਤਰੀਕੇ ਨਾਲ ਸੱਦਾ ਦਿੰਦੇ ਹਾਂ, ਤਾਂ ਉਹ ਇਸ ਕਰਕੇ ਉਹ ਇੱਕ ਕੰਟਰੀਬਿਊਟਿੰਗ ਫੈਕਟਰ ਹੈ ਕਿ ਓਕੇ ਇਹ ਜਿਹੜੀ ਸਾਡੀ ਪੋਪੂਲੇਸ਼ਨ ਹੈ ਉਹ ਅੱਗੇ ਆਉਂਦੀ ਹੈ। ਸਾਡੇ ਫੈਕਟਸ ਜਿਹੜੇ ਨੇ ਉਹ ਦੱਸਦੇ ਨੇ ਵੀ ਸਾਡੇ ਜਿਹੜੇ ਕੇਸਿਸ ਨੇ ਉਹ ਵੱਧ ਰਹੇ ਹੈਗੇ ਨੇ। ਵੀ ਆਰ ਸੱਚ ਅ ਸਮਾਲ ਨੇਸ਼ਨ। ਗੁਰਜੀਤ ਜਿਹੜੇ ਤੁਸੀਂ ਅੰਕੜੇ ਦੱਸ ਰਹੇ ਹੋ ਇਹਨੂੰ ਸੁਣ ਕੇ ਤੁਸੀਂ ਮੰਨਣਾ ਨਹੀਂ, ਮੈਂ ਕਾਫੀ ਪੈਨਿਕ ਹੋ ਗਿਆ। ਇਸੇ ਤਰ੍ਹਾਂ ਜਿਹੜੇ ਬੰਦੇ ਇਸ ਬਿਮਾਰੀ ਦੇ ਵਿੱਚੋਂ ਗੁਜ਼ਰਦੇ ਆ, ਜੀ ਅੱਗੇ ਚੱਲ ਕੇ ਅਸੀਂ ਚਰਚਾ ਕਰਾਂਗੇ ਅਸਲ 'ਚ ਕਿੰਨੀਆਂ ਕਿਸਮਾਂ ਹੁੰਦੀਆਂ ਔਰ ਇਹਦੇ ਵਿੱਚ ਕਿਸ ਹੱਦ ਤੱਕ ਜਿਹੜੀ ਮੈਡੀਕੇਸ਼ਨ ਹੈ ਉਹ ਕਿੰਨੇ ਅਨੁਸ਼ਾਸਨ ਦੇ ਵਿੱਚ ਆਪਾਂ ਨੂੰ ਲੈਣੀ ਪੈਂਦੀ ਹੈ। ਕਈ ਜਿਹੜੇ ਲੋਕ ਹੁੰਦੇ ਆ ਉਹ ਜਦੋਂ ਇਸ ਬਿਮਾਰੀ ਦੀ ਕਿਸੇ ਵੀ ਖਾਸ ਕਿਸਮ ਵੱਲ ਜਦੋਂ ਉਹਨਾਂ ਨੂੰ ਪਤਾ ਲੱਗਦਾ ਡਾਕਟਰ ਕੋਲੋਂ ਜਾਂ ਨਰਸ ਕੋਲੋਂ, ਤਾਂ ਉਹ ਕਈ ਵਾਰ ਘਬਰਾ ਜਾਂਦੇ ਆ, ਪੈਨਿਕ ਹੋ ਜਾਂਦੇ ਆ। ਜੀ ਸੋ ਉਹਨਾਂ ਦਾ ਹੌਸਲਾ ਬੰਨਣ ਦੇ ਲਈ ਜੀ ਤੁਹਾਡੇ ਕੋਲ ਕੋਈ ਗੁਰਮੰਤਰ ਹੈਗਾ ਤਾਂ ਜ਼ਰੂਰ ਦਿਓ। ਬਿਲਕੁਲ ਹਾਂਜੀ। ਜਿਹੜੀ ਦੇਖੋ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਇਹ ਮੋਟੀਵੇਸ਼ਨ ਜਿਹੜੀ ਹੈ ਇਸ ਡਿਜ਼ੀਜ਼ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਹੈ। ਜੀ ਤੇ ਕੋਈ ਗੱਲ ਨਹੀਂ ਜੇ ਤੁਹਾਨੂੰ ਡਾਇਬੀਟੀਜ਼ ਹੋ ਗਈ ਹੈ, ਪਹਿਲੀ ਗੱਲ ਤੁਹਾਡਾ ਕਸੂਰ ਨਹੀਂ ਹੈ ਉਹ ਕਿ ਇੱਕ ਮੈਟਾਬੋਲਿਕ ਡਿਜ਼ੀਜ਼ ਹੈਗੀ ਹੈ, ਠੀਕ ਹੈ, ਮੋਟਾਪਾ ਹੈ ਜਾਂ ਤੁਹਾਡੀ ਜਿਹੜੀ ਸੈਡੈਂਟਰੀ ਲਾਈਫਸਟਾਈਲ ਉਹ ਕੰਟਰੀਬਿਊਟਿੰਗ ਫੈਕਟਰਸ ਹੁੰਦੇ ਨੇ। ਪਰ ਅਸੀਂ ਇਹ ਕੋਸ਼ਿਸ਼ ਕਰੀਏ ਕਿ ਬਲੇਮ ਵਾਲੀ ਜਿਹੜੀ ਚੀਜ਼ ਹੈ ਉਹਦੇ ਵਿੱਚ ਆਪਾਂ ਨਾ ਪਈਏ। ਮੈਨੂੰ ਕਿਉਂ ਹੋ ਗਈ, ਮੈਂ ਇਹਨੂੰ ਕਿਵੇਂ ਮੈਨੇਜ ਕਰਾਂਗਾ। ਜੀ ਲੈਟਸ ਗੈਟ ਮੋਟੀਵੇਟਡ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਉਹਨੂੰ ਚੜ੍ਹਦੀ ਕਲਾ 'ਚ ਰਹਿ ਕੇ ਅਸੀਂ ਕਿਸ ਤਰ੍ਹਾਂ ਉਹਨਾਂ ਨਾਲ ਫਾਈਟ ਕਰਨੀ ਹੈ। ਮੈਂ ਇੱਕ ਬਹੁਤ ਅੱਛੀ ਬੁੱਕ ਪੜ੍ਹੀ ਸੀ ਵਿਲੀਅਮ ਡਿਬੋਇਸ ਦੀ, ਜਿਹਦੇ ਵਿੱਚ ਉਹਨਾਂ ਨੇ ਡਾਇਬੀਟੀਜ਼ ਨੂੰ ਟਾਈਗਰ ਕਿਹਾ। ਓਕੇ ਉਹ ਕਹਿੰਦੇ ਨੇ ਕਿ ਇੱਕ ਟਾਈਗਰ ਹੈ, ਜੇ ਤੁਸੀਂ ਇਹਨੂੰ ਅੱਛੀ ਤਰ੍ਹਾਂ ਲੁੱਕ ਆਫਟਰ ਕਰੋਗੇ ਤਾਂ ਤੁਸੀਂ ਬਹੁਤ ਅੱਛੇ ਫਰੈਂਡ ਹੋਵੇਗੇ। ਲਾਈਕ ਅ ਪੈਟ। ਤੇ ਦ ਮੋਮੈਂਟ ਯੂ ਟਰਨ ਯੂ ਬੈਕ ਅਰਾਊਂਡ ਤੇ ਤੁਹਾਨੂੰ ਸ਼ਰੈਡ ਟੂ ਟੀਅਰਸ ਜਿਹੜਾ ਹੈਗਾ ਉਹ ਕਰੇਗਾ ਕਿ ਹਾਂ ਮਤਲਬ ਆਬਵੀਅਸਲੀ ਜੇ ਤੁਸੀਂ ਉਹਦੀ ਲੁੱਕ ਆਫਟਰ ਨਹੀਂ ਕਰੋਗੇ ਤਾਂ ਤੁਹਾਨੂੰ ਪ੍ਰੋਬਲਮ ਆਣੀ ਹੈ। ਜੇ ਤੁਸੀਂ ਡਾਇਬੀਟੀਜ਼ ਦੇ ਹਿਸਾਬ ਦੇ ਨਾਲ ਆਪਣੀ ਲਾਈਫ ਸਟਾਈਲ, ਆਪਣੀਆਂ ਫਿਜ਼ੀਕਲ ਐਕਟੀਵਿਟੀ, ਆਪਣੀ ਡਾਈਟ, ਸਾਰੀਆਂ ਚੀਜ਼ਾਂ ਨੂੰ ਮੋਟੀਵੇਸ਼ਨ ਦੇ ਨਾਲ ਆਪਾਂ ਜਿਹੜੀ ਹੈਗੀ ਆ ਨਾਲ ਲੈ ਕੇ ਚੱਲਦੇ ਹਾਂ, ਜੀ ਦੈਨ ਇਟ ਵਿਲ ਬੀ ਫਾਈਨ। ਸਾਨੂੰ ਜਿਹੜੀ ਹੈਗੀ ਅਸੀਂ ਆਪਣੀ ਸਿਹਤ ਨੂੰ ਚੰਗੀ ਤਰ੍ਹਾਂ ਮੇਨਟੇਨ ਕਰਕੇ ਰੱਖ ਸਕਦੇ ਹਾਂ। ਜੀ ਜੀ ਬਹੁਤ ਖੂਬ। ਗੁਰਜੀਤ ਅਸਲ ਦੇ ਵਿੱਚ ਇਸ ਮੁਲਕ ਦੇ ਵਿੱਚ ਬਹੁਤ ਸਾਰੇ, ਜਿਵੇਂ ਤੁਸੀਂ ਪਹਿਲਾਂ ਇਸ਼ਾਰਾ ਕੀਤਾ, ਪ੍ਰੀਵੈਂਟਿਵ ਮੈਜਰਮੈਂਟਸ ਲਏ ਜਾ ਰਹੇ ਨੇ, ਇਹਤਿਆਤ ਵਜੋਂ, ਸਾਵਧਾਨੀਆਂ ਵਜੋਂ ਜਿਹੜੇ ਸਾਡੇ ਜੀਪੀਜ਼ ਨੇ ਜਾਂ ਤੁਹਾਡੇ ਵਰਗੇ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹ ਵਧੀਆ ਸਲਾਹ ਦੇ ਰਹੇ ਨੇ ਵੱਖ-ਵੱਖ ਮੀਡੀਆ ਪਲੇਟਫਾਰਮਸ ਦੇ ਉੱਤੇ ਵੀ ਔਰ ਆਪਣੇ ਕੰਮਾਂ ਕਾਰਾਂ ਦੇ ਉੱਤੇ ਵੀ। ਇਹਨੂੰ ਹੋਰ ਸਰਲ ਬਣਾਉਣ ਦੇ ਲਈ ਸਰਕਾਰ ਵੱਲੋਂ ਕਿਹੜੇ-ਕਿਹੜੇ ਯਤਨ ਕੀਤੇ ਜਾ ਰਹੇ ਨੇ ਔਰ ਮੋਟੇ ਤੌਰ ਤੇ ਜੇਕਰ ਬਹੁਤ ਸਰਲ ਭਾਸ਼ਾ ਦੇ ਵਿੱਚ ਥੋੜ੍ਹੀਆਂ ਜਿਹੀਆਂ ਸਾਵਧਾਨੀਆਂ ਜਿਸ ਦੇ ਨਾਲ ਇਸ ਨੂੰ ਕੰਟਰੋਲ 'ਚ ਕੀਤਾ ਜਾ ਸਕਦਾ ਹੈ, ਉਹ ਜ਼ਰੂਰ ਤੁਸੀਂ ਜਾਣਕਾਰੀ ਦਿਓ। ਬਿਲਕੁਲ ਹਾਂਜੀ। ਜਿਹੜੇ ਦੇਖੋ ਜਦੋਂ ਅਸੀਂ ਡਾਇਬੀਟੀਜ਼ ਦੀ ਗੱਲ ਕਰਦੇ ਹਾਂ ਤਾਂ ਨਿਊਜ਼ੀਲੈਂਡ ਦੇ ਵਿੱਚ ਕੁਝ ਗਾਈਡਲਾਈਨਸ ਹੁੰਦੀਆਂ ਨੇ ਹਰ ਚੀਜ਼ ਦੇ ਲਈ। ਤਾਂ ਜਿਵੇਂ ਆਪਾਂ ਇਹ ਕਹਿ ਦਈਏ ਕਿ ਜਿੱਦਾਂ ਅਸੀਂ ਡਾਇਬੀਟੀਜ਼ ਦੇ ਜਿਹੜੇ ਫੈਕਟਸ ਦੇਖੇ ਨੇ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਸਾਡੀ ਪੋਪੂਲੇਸ਼ਨ ਹੈ ਹੁੰਦੀ ਹੈ 45 to 55 ਇਅਰਸ ਆਫ ਏਜ, ਜਦੋਂ ਡਾਇਗਨੋਸਿਸ ਏਜ ਹੈਗੀ ਹੈ। ਤੇ ਲੋਕਾਂ ਦੇ ਵਿੱਚ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਜਿਵੇਂ ਆਪਾਂ ਕਹੀਏ ਵੀ ਕਿਸ ਏਜ ਤੇ ਆਪਾਂ ਨੂੰ ਟੈਸਟ ਕਰਵਾਉਣਾ ਚਾਹੀਦਾ ਹੈ ਜਾਂ ਆਪਾਂ ਕੀ ਕਰੀਏ ਜਿਹਦੇ ਨਾਲ ਸਾਨੂੰ ਪਤਾ ਚੱਲ ਜਾਏ ਕਿ ਅਸੀਂ ਅਰਲੀ ਦੀ ਡਿਟੈਕਸ਼ਨ ਕਰ ਲਈਏ, ਆਪਣੇ ਪ੍ਰੀਵੈਂਟਿਵ ਮੈਜਰਸ ਜਿਹੜੇ ਨੇ ਉਹ ਲੈ ਲਈਏ। ਤੇ ਉਹਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਜਦੋਂ ਮੈਨ ਦੀ ਗੱਲ ਕਰਦੇ ਹਾਂ 35 ਇਅਰਸ ਆਫ ਏਜ ਤੇ ਆਪਾਂ ਜਿਹੜੇ ਮੈਨ ਨੇ ਜਿਹਨਾਂ ਨੂੰ ਆਪਾਂ ਇੰਡੀਅਨ ਮੈਨ ਕਹਿ ਲੈਂਦੇ ਹਾਂ, ਠੀਕ ਹੈ, ਉਹਨਾਂ ਦੀ ਆਪਾਂ ਜੇ ਸਿਰਫ ਇੰਡੀਅਨ ਗਰੁੱਪ ਦੀ ਗੱਲ ਕਰੀਏ ਤਾਂ 35 ਇਅਰਸ ਆਫ ਮੈਨ, 45 ਇਅਰਸ ਆਫ ਫੀਮੇਲਸ, ਤੇ ਉਹ ਜਿਹੜੀ ਆਪਾਂ ਉਸ ਏਜ ਦੇ ਉੱਤੇ ਜਿਹੜੇ ਜਨਰਲ ਬਲੱਡ ਟੈਸਟ ਨੇ ਉਹ ਕਰਦੇ ਆ, ਠੀਕ ਹੈ। ਉਹ ਜਿਹੜੇ ਬਲੱਡ ਟੈਸਟ ਨੇ ਉਹ ਸਿਰਫ ਡਾਇਬੀਟੀਜ਼ ਲਈ ਨਹੀਂ ਕੀਤੇ ਜਾਂਦੇ, ਉਹ ਤੁਹਾਡੇ ਕਿਡਨੀ ਫੰਕਸ਼ਨਸ ਚੈੱਕ ਹੁੰਦੇ ਨੇ, ਤੁਹਾਡਾ ਜਿਹੜਾ ਕੋਲੇਸਟ੍ਰੋਲ ਲੈਵਲ ਹੈ ਉਹ ਚੈੱਕ ਕੀਤਾ ਜਾਂਦਾ। ਉਹਦੇ ਨਾਲ ਆਪਾਂ ਇੱਕ ਰਿਸਕ ਕੈਲਕੂਲੇਸ਼ਨ ਕਰਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਵਾਟ ਇਜ਼ ਮਾਈ ਰਿਸਕ ਆਫ ਹਾਰਟ ਅਟੈਕ। ਸੋ ਜਦੋਂ ਰਿਪੋਰਟ ਨੂੰ ਐਨਾਲਾਈਜ਼ ਕਰਦੇ ਆ ਡਾਕਟਰਸ ਜੀ
ਤੇ ਉਦੋਂ ਦੱਸਣਾ ਸ਼ੁਰੂ ਕਰ ਦਿੰਦੇ ਵੀ ਭਾਈ ਆਹ ਜਿਹੜਾ ਇਸ਼ੂ ਆ ਇਹ ਆਉਣ ਵਾਲੇ ਸਮੇਂ ਤੈਨੂੰ ਆ ਸਕਦਾ ਵੀ ਹੁਣ ਤੋਂ ਤੂੰ ਥੋੜਾ ਇhtiyat ਵਰਤਣਾ ਸ਼ੁਰੂ ਕਰ। ਬਿਲਕੁਲ, ਹਾਂਜੀ। Good. ਜਦੋਂ ਜੇ ਸਾਨੂੰ ਲੱਗੇ ਉਹ ਜਦੋਂ ਅਸੀਂ ਰਿਪੋਰਟ ਨੂੰ ਐਨਾਲਾਈਜ਼ ਕਰਦੇ ਹਾਂ ਜਦੋਂ ਰਿਸਕ ਕੈਲਕੂਲੇਟ ਕੀਤਾ ਜਾਂਦਾ ਹੈ ਕੰਪਿਊਟਰ ਦੀ ਹੈਲਪ ਨਾਲ, ਜੀ ਤੇ ਜੇ ਸਾਨੂੰ ਲੱਗੇ ਕਿ ਨਹੀਂ ਇਟਸ ਓਕੇ ਵੀ ਆਰ ਫਾਈਨ, ਦੈਨ ਕੋਈ ਐਕਸ਼ਨ ਨਹੀਂ ਵੀ ਲਿਆ ਜਾਂਦਾ, ਪੇਸ਼ੈਂਟ ਨਾਲ ਡਿਸਕਸ ਕਰ ਲੈਂਦੇ ਨੇ। ਕਈ ਵਾਰ ਤੁਹਾਡੇ ਡਾਕਟਰ ਤੁਹਾਡੇ ਨਾਲ ਨਹੀਂ ਵੀ ਡਿਸਕਸ ਕਰਦੇ, ਜੀ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਉਹ ਕੈਲਕੂਲੇਟ ਨਹੀਂ ਕੀਤਾ ਹੁੰਦਾ। ਆਲਮੋਸਟ ਸਾਰੇ ਜੀਪੀਜ਼ ਜਿਹੜੇ ਨੇ ਉਹ ਕੈਲਕੂਲੇਟ ਕਰਦੇ ਨੇ। ਜੀ ਤੇ ਜੇ ਸਾਨੂੰ ਕੁਝ ਲੱਗੇ ਕਿ ਹਾਂ ਇਹ ਰਿਸਕ ਉੱਪਰ ਜਾ ਰਿਹਾ ਤਾਂ ਜੀ ਫਿਰ ਆਪਾਂ ਦੇਖਦੇ ਹਾਂ ਕਿ ਅੱਛਾ ਕਿਹੜੇ ਮੋਡੀਫਾਈਬਲ ਰਿਸਕ ਫੈਕਟਰਸ ਨੇ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ। ਅੱਛਾ ਇਹ ਪੇਸ਼ੈਂਟ ਕਿਤੇ ਸਮੋਕਰ ਤੇ ਨਹੀਂ, ਅੱਛਾ ਇਹਦਾ ਕੋਲੇਸਟ੍ਰੋਲ ਕਿਤੇ ਬਹੁਤ ਜ਼ਿਆਦਾ ਹਾਈ ਤੇ ਨਹੀਂ, ਜੀ ਅੱਛਾ ਇਹਦੀ ਡਾਇਬੀਟੀਜ਼ ਤੇ ਨਹੀਂ ਇਹਨੂੰ ਆਈ ਹੈਗੀ। ਆਪਾਂ ਕਿਹੜੀ ਚੀਜ਼ ਨੂੰ ਕੰਟਰੋਲ ਕਰੀਏ ਕਿ ਜਿਹੜਾ ਸਾਡੇ ਇਹ ਜਿਹੜੇ risk ਹੈ। ਕਈ ਦੇਸੀ ਭਾਈ ਬੰਦੇ ਆ, ਜੀ ਚਲੋ ਹੈ ਤਾਂ ਸਾਡੇ ਭਰਾ ਹੀ ਆ, ਹੂੰ ਕਹਿਣਾ ਬੜਾ ਔਖਾ ਜਿਹਾ ਲੱਗਦਾ, ਕਈ ਰੂਹ ਅਫਜ਼ਾ ਬਹੁਤ ਛਕਦੇ ਆ। ਰੂਹ ਹੂੰ ਅਫਜ਼ਾ ਸਮਝੇ ਗਏ ਤੁਸੀਂ? ਜੀ ਬਿਲਕੁਲ। ਉਹਦਾ ਵੀ ਫਰਕ ਪੈਂਦਾ ਕੋਈ ਡਾਇਬੀਟੀਜ਼ ਦੇ ਨਾਲ? ਦੇਖੋ ਜਿਹੜੀ ਕਿਸੇ ਵੀ ਤਰ੍ਹਾਂ ਦੀ ਸ਼ੂਗਰ ਹੈ ਸਾਨੂੰ ਉਹ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹੂੰ ਆਈਡਲੀ ਜਿਹੜੀ ਸਾਡੀ ਬਾਡੀ ਹੈ ਜਿਸ ਹਿਸਾਬ ਦੇ ਨਾਲ ਬਣੀ ਹੋਈ ਹੈ, ਸਾਨੂੰ Okay. ਜਿਹੜੀ ਸਾਨੂੰ ਸ਼ੂਗਰ ਐਕਚੁਅਲ ਕਾਰਬੋਹਾਈਡਰੇਟਸ ਦੇ ਰੂਪ 'ਚ ਮਿਲਦੀ ਹੈ, ਜੀ ਸਾਨੂੰ ਅਨਾਜ ਤੋਂ ਮਿਲ ਜਾਂਦੀ ਹੈ। ਅੱਛਾ ਐਕਸਟਰਾ ਦੇ ਵਿੱਚ ਐਡ ਕਰਕੇ ਜਿਹੜੀ ਚੀਨੀ ਹੈਗੀ ਆ, ਉਹਨੂੰ ਪੀਣ ਦੀ ਲੋੜ ਨਹੀਂ, ਉਹਦੀ ਸਾਡੀ ਬਾਡੀ ਨੂੰ ਜ਼ਰੂਰਤ ਨਹੀਂ ਹੁੰਦੀ। ਅੱਛਾ ਤਾਂ ਮਤਲਬ ਜੇ ਹੁਣ ਆਪਾਂ ਕਹਿ ਦਈਏ ਵੀ ਬਿਨਾਂ ਮਤਲਬ ਤੋਂ ਅਸੀਂ ਜਿਹੜੇ ਲੋਕ ਜੀ ਸਕਦੇ ਨੇ, ਜਿਵੇਂ ਚਾਹ ਦੇ ਵਿੱਚ ਆਪਾਂ ਸ਼ੂਗਰ ਪਾਉਂਦੇ ਆ ਜਾਂ ਉਹਦੀ ਸਾਡੀ ਬਾਡੀ ਨੂੰ ਜ਼ਰੂਰਤ ਨਹੀਂ ਹੁੰਦੀ, ਜੀ ਸਿਰਫ ਸਾਡਾ ਜਿਹੜਾ ਸਵਾਦ ਹੈ ਉਹ ਬਣਿਆ ਹੁੰਦਾ ਉਸ ਚੀਜ਼ ਤੇ, ਇਸ ਕਰਕੇ ਆਪਾਂ ਉਹਨੂੰ ਪੀਂਦੇ ਆ। ਸੇਮ ਚੀਜ਼ ਰੂਹ ਅਫਜ਼ਾ ਹੈ ਕਿ ਐਕਸਟਰਾ ਜਿਹੜੀ ਐਡਡ ਸ਼ੂਗਰ ਹੈ ਆਬਵੀਅਸਲੀ ਉਹ ਸਾਨੂੰ ਅਵੋਇਡ ਕਰਨੀ ਚਾਹੀਦੀ ਹੈ, ਉਹਦੇ ਵਿੱਚ ਬਹੁਤ ਸਾਰੀ ਸ਼ੂਗਰ ਹੁੰਦੀ ਹੈ। ਜੀ ਜੀ ਅੱਛਾ ਮੈਂਡੀ ਸਿੰਘ ਹੁਣੀ ਪੁੱਛ ਰਿਹਾ, ਕਹਿੰਦੇ ਟਾਈਪ 2 ਡਾਇਬੀਟੀਜ਼ ਜਿਹੜੀ ਹੈ ਜੀ ਉਹਨੂੰ ਡਾਈਟ ਨਾਲ ਰਿਵਰਸ ਕੀਤਾ ਜਾ ਸਕਦਾ ਹੈ ਜਾਂ ਨਹੀਂ? ਵੈਰੀ ਗੁੱਡ ਕੁਐਸਚਨ, ਇਟਸ ਅ ਵੈਰੀ ਗੁੱਡ ਕੁਐਸਚਨ। ਜੇ ਅਸੀਂ ਟਾਈਪ 2 ਡਾਇਬੀਟੀਜ਼ ਦੀ ਗੱਲ ਕਰਦੇ ਹਾਂ, ਦੇਖੋ ਪਹਿਲੇ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਵੀ ਇਹ ਹੈ ਕੀ। ਟਾਈਪ 1 ਤੇ ਟਾਈਪ 2 ਜਿਹੜੇ ਸਾਡੀ ਬਾਡੀ ਦੇ ਵਿੱਚ ਆਰਗਨ ਹੈ ਪੈਂਕਰੀਆਸ ਦੇ ਵਿੱਚ ਸੈੱਲ ਨੇ ਬੀਟਾ ਜੀ। ਸੈਲਸ। ਓਕੇ ਬੀਟਾ ਸੈਲਸ ਦਾ ਫੰਕਸ਼ਨ ਹੈ ਇਨਸੂਲਿਨ ਨੂੰ ਪ੍ਰੋਡਿਊਸ ਕਰਨਾ। ਜੀ ਜਿਹੜੀ ਟਾਈਪ 1 ਡਾਇਬੀਟੀਜ਼ ਹੁੰਦੀ ਹੈ ਉਹ ਇੱਕ ਆਟੋ ਇਮਿਊਨ ਡਿਜ਼ੀਜ਼ ਹੈ। ਹੁਣ ਆਟੋ ਇਮਿਊਨ ਡਿਜ਼ੀਜ਼ ਕੀ ਹੁੰਦੀ ਹੈ? ਜਿਹਦੇ ਵਿੱਚ ਤੁਹਾਡੀ ਆਪਣੀ ਬਾਡੀ ਤੇ ਅਟੈਕ ਕਰਨ ਲੱਗ ਜਾਂਦੀ ਹੈ, ਓਕੇ ਤੇ ਉਹ ਆਟੋ ਇਮਿਊਨ ਡਿਜ਼ੀਜ਼ ਹੈ। ਉਹਦਾ ਕੋਈ ਕਾਰਨ ਨਹੀਂ, ਵੀ ਹਮ। ਡੋਂਟ ਨੋ ਵਾਟ ਕਾਜ਼ਸ ਇਟ, ਓਕੇ ਠੀਕ ਹੈ। ਕੋਈ ਅਨਨੋਨ ਫੈਕਟਰਸ ਦੀ ਵਜ੍ਹਾ ਨਾਲ ਉਹ ਹੁੰਦੀ ਹੈ, ਤੇ ਜੀ ਉਹ ਜਿਹੜੇ ਤੁਹਾਡੇ ਬੀਟਾ ਸੈਲਸ ਨੇ ਉਹ ਬਿਲਕੁਲ ਡੈਮੇਜ ਹੋ ਜਾਂਦੇ ਨੇ, ਤੇ ਜਦੋਂ ਡਾਇਗਨੋਸ ਹੁੰਦਾ ਹੈ ਉਸੇ ਟਾਈਮ ਤੋਂ ਸਾਨੂੰ ਇਨਸੂਲਿਨ ਦੀ ਲੋੜ ਪੈਂਦੀ ਹੈ, ਬਾਹਰੋਂ ਇਨਸੂਲਿਨ ਲੈਣ ਦੀ, ਅੱਛਾ ਠੀਕ ਹੈ। ਇਸ ਕਰਕੇ ਟਾਈਪ 1 ਡਾਇਬੀਟੀਜ਼ ਜਿਹੜੀ ਹੈ ਕੰਪਲੀਟ ਆਟੋ ਇਮਿਊਨ ਡਿਜ਼ੀਜ਼ ਹੈ, ਤੁਸੀਂ ਇਹਨੂੰ ਪ੍ਰੀਵੈਂਟ ਨਹੀਂ ਕਰ ਸਕਦੇ। ਇਟ ਹੈਜ਼ ਟੂ ਜੀ। ਹੈਪਨ, ਇਟ ਹੈਜ਼ ਟੂ ਹੈਪਨ। ਟਾਈਪ 2 ਡਾਇਬੀਟੀਜ਼ ਜਿਹੜੀ ਹੈਗੀ ਹੈ ਉਹਦੇ ਲਈ ਮੈਂ ਦੇਖੋ ਬਹੁਤ ਹੀ ਸੌਖਾ ਜਿਹਾ ਇੱਕ ਜ਼ਰੂਰ ਆਪਣੇ ਦਰਸ਼ਕਾਂ ਨੂੰ ਸਮਝਾਉਂਗੀ। ਇਹ ਦੇਖੋ ਮੇਰੇ ਕੋਲ ਜਿਹੜਾ ਹੈ ਇਹ ਲੌਕ ਤੇ ਕੀ ਦਾ ਕਨਸੈਪਟ ਹੈ, ਅੱਛਾ ਬੜਾ ਸੌਖਾ ਸਰਲ ਭਾਸ਼ਾ 'ਚ ਸਮਝਦੇ ਹਾਂ। ਹਾਂ ਜਿਹੜੀ ਸਾਡੀ ਇਨਸੂਲਿਨ ਹੈ ਉਹਦਾ ਕੰਮ ਕੀ ਹੈ? ਅਸੀਂ ਖਾਣਾ ਖਾਦਾ, ਜੀ ਇਹ ਜਿਹੜੀ ਸਾਡੀ ਲੌਕ ਹੈਗੀ ਹੈ, ਇਹ ਹੈ ਸਾਡਾ ਸੈੱਲ, ਜਿਹੜਾ ਅੱਛਾ ਸਾਡਾ ਲਿਵਰ ਸੈੱਲ ਹੈ, ਸਾਡੇ ਮਸਲ ਸੈੱਲ ਨੇ, ਸਾਡਾ ਐਡੀਪੋਸ ਟਿਸ਼ੂ ਹੈ, ਜਿੱਥੇ ਜਾ ਕੇ ਸ਼ੂਗਰ ਨੇ ਸਟੋਰ ਹੋਣਾ, ਠੀਕ ਹੈ। ਹੁਣ ਜਦੋਂ ਅਸੀਂ ਖਾਣਾ ਖਾਇਆ ਤਾਂ ਇਨਸੂਲਿਨ ਨੂੰ ਪਤਾ ਚੱਲ ਗਿਆ, ਬੀਟਾ ਸੈਲਸ ਜਿਹੜੇ ਨੇ ਉਹਨਾਂ ਨੇ ਇਨਸੂਲਿਨ ਪ੍ਰੋਡਿਊਸ ਕੀਤੀ, ਯੈਸ ਤੇ ਇਨਸੂਲਿਨ ਨੇ ਜਾ ਕੇ ਜਿੰਨਾ ਸਾਨੂੰ ਸ਼ੂਗਰ ਚਾਹੀਦੀ ਸੀ ਉਹ ਸਾਡੇ ਉਹਨੀ ਬਲੱਡ 'ਚ ਆ ਪ੍ਰਵਾਨ ਗਈ ਹੈ। ਕਰ ਲੈਣੀ। ਬਾਕੀ ਦੀ ਸ਼ੂਗਰ ਜਿਹੜੀ ਉਹਨੇ ਦਰਵਾਜ਼ਾ ਖੜਕਾਇਆ ਜਾ ਕੇ ਸਾਡੇ ਸੈੱਲ ਦਾ, ਸੈੱਲ ਨੇ ਇਹਨੂੰ ਪਹਿਚਾਨ ਲਿਆ ਤੇ ਇਹਨੂੰ ਖੋਲ ਦਿੱਤਾ ਹੈ, Lock. ਔਰ ਜਿਹੜੀ Okay. ਐਕਸਟਰਾ ਸ਼ੂਗਰ ਹੈ ਉਹ ਐਡੀਪੋਸ ਟਿਸ਼ੂ ਦੇ ਵਿੱਚ, ਲਿਵਰ ਦੇ ਵਿੱਚ, ਮਸਲਸ ਜਾ ਕੇ ਸਟੋਰ ਹੋ ਜਾਂਦੀ ਹੈ। ਅੱਛਾ ਉਹਦਾ ਰੀਜ਼ਨ ਇਹੀ ਹੈ, ਹਾਂ ਆਬਵੀਅਸਲੀ ਅਸੀਂ 24 ਆਵਰਸ ਨਹੀਂ ਖਾਂਦੇ, ਬਿਲਕੁਲ ਠੀਕ ਹੈ। ਉਹ ਜਿਹੜੀ ਸਟੋਰਡ ਹੋਈ ਸ਼ੂਗਰ ਹੈ, ਜਦੋਂ ਸਾਨੂੰ ਲੋੜ ਪੈਣੀ ਹੈ ਉਹ ਗਲਾਈਕੋਜਨ ਦੇ ਵਿੱਚ ਜਾ ਕੇ ਸਟੋਰ ਹੋ ਗਈ ਹੈ, ਉਹਨੇ ਵਾਪਸ ਗਲੂਕੋਜ਼ ਦੇ ਵਿੱਚ ਬਦਲ ਕੇ ਜਦੋਂ ਸਾਨੂੰ ਲੋੜ ਪੈਂਦੀ ਹੈ, ਅਸੀਂ ਭੱਜਦੇ ਹਾਂ, ਨੱਠਦੇ ਹਾਂ, ਕੋਈ ਵੀ ਕੰਮ ਕਰਦੇ ਹਾਂ, ਹਾਂਜੀ ਤੇ ਉਹ ਅਸੀਂ ਵਾਪਸ ਉਹਨੂੰ ਯੂਜ਼ ਕਰ ਲੈਣਾ। ਯੈਸ ਹੁਣ ਪ੍ਰੋਬਲਮ ਕੀ ਹੈ ਟਾਈਪ 2 ਡਾਇਬੀਟੀਜ਼? ਉਹਦੇ ਵਿੱਚ ਕੀ ਹੈ, ਜਿਹੜੀ ਇਹ ਚਾਬੀ ਹੈ, ਇਸ ਸੈੱਲ ਨੇ ਇਹਨੂੰ ਪਹਿਚਾਨਣਾ ਬੰਦ ਅੱਛਾ। ਕਰ ਦਿੱਤਾ ਹੈ, ਅੱਛਾ ਠੀਕ ਹੈ। ਹੁਣ ਜੇ ਤੁਹਾਨੂੰ ਕੋਈ ਪਹਿਚਾਨਦਾ ਨਹੀਂ ਹੈ ਤਾਂ ਤੁਸੀਂ ਉਹਦੇ ਲਈ ਦਰਵਾਜ਼ਾ ਨਹੀਂ ਖੋਲੋਗੇ, ਜੀ ਠੀਕ ਹੈ। ਜੀ ਹੁਣ ਜਦੋਂ ਆਪਾਂ ਮੰਨ ਲਓ ਇਸ ਚਾਬੀ ਨੂੰ ਬਦਲ ਦਿੰਨੇ ਆ ਜਾਂ ਕਿਸੇ ਕਾਰਨ ਕਰਕੇ ਜਿਹੜਾ ਇਹ ਪਹਿਚਾਨਣਾ ਇਹਨੂੰ ਬੰਦ ਕਰ ਦਿੱਤਾ, ਤਾਂ ਉਹਦੇ ਚ ਕੀ ਹੈ, ਹੁਣ ਸੈੱਲ ਜਿਹੜਾ ਉਹਦੇ ਵਿੱਚ ਸਟੋਰਡ ਗਲੂਕੋਜ਼ ਤੇ ਘੱਟ ਹੈ, ਓਕੇ ਲੇਕਿਨ ਅਸੀਂ ਖਾਣਾ ਖਾ ਲਿਆ, ਜਿਹੜਾ ਬਿਲਕੁਲ ਅਸੀਂ ਖਾਣਾ ਖਾਦਾ ਉਹਦੀ ਜਿਹੜੀ ਸ਼ੂਗਰ ਹੈ ਉਹ ਸੈੱਲ ਦੇ ਵਿੱਚ ਜਾਣ ਦੀ ਬਜਾਏ ਬਲੱਡ ਦੇ ਵਿੱਚ ਹੀ ਪਈ ਹੋਈ ਹੈ, ਯਾਨੀ ਕਿ ਜੀ। ਹਾਈ ਬਲੱਡ ਸ਼ੂਗਰ ਹੋ ਗਈ ਹੈ, ਹੂੰ ਠੀਕ ਹੈ। ਹੁਣ ਇਹ ਜਿਹੜਾ ਮੇਨ ਸਾਡਾ ਕਨਸੈਪਟ ਹੈ ਟਾਈਪ 2 ਡਾਇਬੀਟੀਜ਼ ਦਾ, ਕਿ ਇਹ ਇਨਸੂਲਿਨ ਇਨਸੈਂਸਿਟੀਵਿਟੀ, ਓਕੇ ਸੈਂਸਿਟੀਵਿਟੀ ਨਹੀਂ ਰਹੀ, ਬਿਲਕੁਲ ਪਹਿਚਾਨਣ ਦੀ ਜਿਹੜੀ ਸ਼ਕਤੀ ਹੈ ਉਹ ਘਟ ਗਈ ਹੈ, ਇਨਸੈਂਸਿਟੀਵਿਟੀ ਹੋ ਗਈ ਹੈ, ਓਕੇ ਠੀਕ ਹੈ। ਹੌਲੀ ਹੌਲੀ ਜਿਹੜਾ ਹੈ ਕੀ ਹੁੰਦਾ, ਜਿਹੜੇ ਸਾਡੇ ਬੀਟਾ ਸੈਲਸ ਨੇ ਫਿਰ ਉਹ ਢੀਠ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਜੀ। ਵੀ ਪ੍ਰੋਡਿਊਸ ਹੋ ਰਿਹਾ ਇਨਸੂਲਿਨ ਹੋ ਰਿਹਾ, ਜੀ ਉਹ ਕੰਮ ਨਹੀਂ ਹੋ ਰਿਹਾ, ਬੀਟਾ ਸੈਲਸ ਹੋਰ ਇਨਸੂਲਿਨ ਪ੍ਰੋਡਿਊਸ ਕਰਦੇ ਨੇ, ਫਿਰ ਵੀ ਨਹੀਂ ਕੰਮ ਹੋ ਰਿਹਾ, ਹੋਰ ਇਨਸੂਲਿਨ, ਹੌਲੀ ਹੌਲੀ ਉਹ ਢੀਠ ਹੋ ਜਾਂਦੇ ਨੇ, ਓਕੇ ਤੇ ਉਹ ਜਿਹੜਾ ਕੰਮ ਹੈ ਉਹ ਕਰਨਾ ਘਟ ਜਾਂਦਾ ਹੈ। ਹੁਣ ਠੀਕ ਹੈ ਤੁਸੀਂ ਆਪਣੇ ਢੀਠ ਹੋਏ ਜਿਹੜੇ ਇਨਸੂਲਿਨ ਬੀਟਾ ਸੈਲਸ ਨੇ ਉਹਨਾਂ ਨੂੰ ਜਗਾਉਣਾ ਇੱਕ ਤਰੀਕੇ ਦੇ ਨਾਲ, ਠੀਕ ਹੈ ਜੀ ਤੇ ਆਬਵੀਅਸਲੀ ਯੈਸ, ਇੱਥੇ ਹੀ ਸਾਡਾ ਕੁਐਸਚਨ ਆ ਜਾਂਦਾ ਵੀ ਕੀ ਅਸੀਂ ਇਹਨੂੰ ਰਿਵਰਸ ਕਰ ਸਕਦੇ ਹਾਂ? ਯੈਸ। ਜੀ ਪਹਿਲੇ ਜਿਹੜੀ ਪਾਸਟ ਰਿਸਰਚ ਸੀਗੀ ਉਹਦੇ ਵਿੱਚ ਆਪਾਂ ਕਹਿੰਦੇ ਸੀ ਕਿ ਵਾਂਸ ਯੂ ਗੋਟ ਡਾਇਬੀਟੀਜ਼ ਯੂ ਗੋਟ ਡਾਇਬੀਟੀਜ਼,
ਬਿਲਕੁਲ ਠੀਕ ਹੈ। ਬਿਲਕੁਲ ਤੇ ਮੈਂ ਇਹਦੇ ਚ ਇੱਕ ਬਹੁਤ ਵਧੀਆ ਐਗਜ਼ਾਮਪਲ ਦਊਂਗੀ। ਮੇਰੇ ਇੱਕ ਪੇਸ਼ੈਂਟ ਹੈਗੇ ਆ, ਉਹਨਾਂ ਨੂੰ ਡਾਇਬੀਟੀਜ਼ ਹੋ ਗਈ ਸੀ, ਉਹਨਾਂ ਨੇ 27 ਕਿਲੋ weight lose ਕੀਤਾ ਅੱਛਾ ਐਂਡ ਸ਼ੀ ਰਿਵਰਸਡ ਇਟ। ਆਈ ਐਮ ਸੋ ਪ੍ਰਾਊਡ ਆਫ ਵੈਲ ਡਨ ਪੰਜਾਬੀ ਲੇਡੀ ਹੈ, ਅੱਛਾ ਜਿੱਥੇ ਵੀ ਕਿਤੇ ਸ਼ਾਇਦ ਮੈਨੂੰ ਸੁਣ ਰਹੇ ਤੁਹਾਨੂੰ ਹੋਣਗੇ। ਲੈ ਕੇ ਆਉਣਾ ਚਾਹੀਦਾ ਸੀ ਉਹਨਾਂ ਨੂੰ ਨਾਲ। ਆਈ ਐਮ ਵੈਰੀ ਮਚ ਪ੍ਰਾਊਡ ਅਗਲੀ ਵਾਰ ਆਫ ਆਪਾਂ ਸਮਾਂ ਵੱਧ ਦੇਾਂਗੇ ਤੇ ਆਪਾਂ ਜਿਹੜੇ ਇਹ ਲੋਕ ਆ ਇਹ ਸੋਰਸ ਆਫ ਇਨਸਪੀਰੇਸ਼ਨ ਆ ਜੀ ਲੋਕਾਂ ਦੇ। ਬਿਲਕੁਲ। ਉਹਨਾਂ ਨੇ 27 ਕਿਲੋ weight lose ਕੀਤਾ ਤੇ ਯੈਸ ਯੂ ਕੈਨ ਮੈਂ ਰਿਵਰਸ। ਪੁੱਛ ਸਕਦਾ ਉਹਨਾਂ ਦੀ ਉਮਰ ਕਿੰਨੀ ਆ? ਆਈ ਥਿੰਕ ਸ਼ੀ ਇਜ਼ 43 44 ਅੱਛਾ ਜੀ। ਗੁਰਜੀਤ ਇੱਕ ਚੀਜ਼ ਹੋਰ ਵੀ ਇਹਦੇ ਵਿੱਚੋਂ ਗੱਲਾਂ ਚ ਨਿਕਲ ਕੇ ਸਾਹਮਣੇ ਆਈ ਆ। ਮੈਂ ਮਹਿਸੂਸ ਕੀਤਾ ਕਿ ਪਹਿਲੀਆਂ ਦੇ ਵਿੱਚ ਇੱਕ ਪਰਸੈਪਸ਼ਨ ਸੀਗੀ ਕਿ ਜ਼ਿਆਦਾ ਏਜ ਵਾਲੇ ਲੋਕ ਜਿਹੜੇ ਆ ਜੀ ਉਹ ਇਹਦਾ ਸ਼ਿਕਾਰ ਹੁੰਦੇ ਆ। ਐਗਜ਼ੈਕਟਲੀ ਬਦਕਿਸਮਤੀ ਨਾਲ ਮੈਂ ਦੇਖ ਰਿਹਾ ਹੁਣ ਆਪਣੇ ਭਾਈਚਾਰੇ ਦੇ ਵਿੱਚ ਹੀ, ਮੈਂ ਨਾਂ ਤਾਂ ਨਹੀਂ ਲਊਂਗਾ, ਬਹੁਤ ਛੋਟੇ ਛੋਟੇ ਬੱਚੇ ਮੈਂ ਦੇਖਦਾ ਵਿਚਾਰੇ ਉਹਨਾਂ ਦੇ ਇਨਸੂਲਿਨ ਲੈਣਾ ਪੈਂਦਾ ਉਹਨਾਂ ਨੂੰ, ਤੇ ਕਈ ਵਾਰੀ ਬੜਾ ਤਰਸ ਆਉਂਦਾ। ਹਾਲਾਂਕਿ ਚਲੋ ਉਹਨਾਂ ਨੂੰ ਨਹੀਂ ਐਸੀ ਅਹਿਸਾਸ ਦਵਾਈ ਦਾ ਕਿ ਤੁਸੀਂ ਤਰਸ ਦੇ ਪਾਤਰ ਹੋ, ਜੀ ਪਰ ਅਸਲ ਦੇ ਵਿੱਚ ਉਹ ਮਨਸਰ ਹੋ ਜਾਂਦੇ ਆ, ਨਿਰਭਰ ਹੋ ਜਾਂਦੇ ਆ ਇਸ ਚੀਜ਼ ਦੇ ਉੱਤੇ। ਜੀ ਕੱਲ ਨੂੰ ਦੇਸ਼ ਦੁਨੀਆ ਦੇ ਵਿੱਚ ਉਹਨਾਂ ਨੇ ਯਾਤਰਾ ਵੀ ਕਰਨੀ, ਖੇਡਣਾ ਵੀ, ਕੈਂਪਿੰਗ ਤੇ ਵੀ ਜਾਣਾ, ਜੀ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਹਨਾਂ ਦੀ ਜੀਵਨ ਜਾਂਚ ਦੇ ਵਿੱਚ ਅੜਚਨ ਬਣ ਜਾਂਦੀਆਂ। ਇਹਨਾਂ ਛੋਟੇ ਬੱਚਿਆਂ ਨੂੰ ਆਪਣੇ ਖਾਣੇ ਦੇ ਵਿੱਚ ਅਸਲ ਵਿੱਚ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ ਜਿਹਦੇ ਨਾਲ ਘੱਟੋ ਘੱਟ ਇਸ ਬਿਮਾਰੀ ਤੋਂ ਬਚਾਅ ਰਵੇ? ਬਿਲਕੁਲ ਹਾਂਜੀ। ਦੇਖੋ ਜਿਹੜੀ ਬੱਚਿਆਂ ਦੀ ਡਾਇਬੀਟੀਜ਼ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜ਼ਿਆਦਾਤਰ ਜਿੱਥੇ ਬਹੁਤ ਛੋਟੇ ਬੱਚੇ ਨੇ ਉਹਨਾਂ ਨੂੰ ਇਨਸੂਲਿਨ ਦੀ ਲੋੜ ਹੈਗੀ ਆ, ਉਹ ਹੁੰਦੀ ਹੈ ਟਾਈਪ 1 ਡਾਇਬੀਟੀਜ਼। ਅੱਛਾ ਇਹ ਸ਼ੁਰੂ ਹੀ ਜਿਹੜੀ ਬੱਚਿਆਂ ਦੀ ਏਜ ਦੇ ਵਿੱਚ ਹੋ ਜਾਂਦੀ ਹੈ ਓਕੇ ਤੇ ਉਹਨੂੰ ਆਪਾਂ ਪ੍ਰੀਵੈਂਟ ਨਹੀਂ ਕਰ ਸਕਦੇ। once you've got it। ਲੇਕਿਨ ਉਹਦੇ ਚ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹੂੰਗੀ ਕਿ ਜੇ ਤੁਹਾਡੇ ਬੱਚੇ ਨੂੰ ਡਾਇਬੀਟੀਜ਼ ਟਾਈਪ 1 ਹੈਗੀ ਹੈ, ਡੋਂਟ ਲੂਜ਼ ਯੋਰ ਹਾਰਟ ਪਲੀਜ਼। ਮੋਟੀਵੇਸ਼ਨ ਦੇ ਨਾਲ ਚਲੋ। ਮੈਂ ਇਦਾਂ ਦੀਆਂ ਵੀ ਇੱਕ ਵਾਈਕੈਟੋ ਹਸਪੀਟਲ ਦੇ ਵਿੱਚ ਨਰਸ ਹੈ, ਹਿਸ ਨੇਮ ਇਜ਼ ਰੌਬ, ਮੇਲ ਨਰਸ ਹੈ ਐਂਡ ਹੀ ਇਜ਼ ਨਾਓ ਆਈ ਥਿੰਕ 65 ਦੇ ਕਰੀਬ ਹੈ ਉਹ। ਦੇਖੋ ਹਿਸ ਡਾਇਬੀਟੀਜ਼ ਟਾਈਪ 1। ਅੱਛਾ ਠੀਕ ਹੈ। ਤੇ ਹੋਰ ਇੱਕ ਹੈਗੇ ਆ 80 ਸਮਥਿੰਗ ਇਅਰਸ 올ਡ ਨਰਸ ਮੈਰੀ, ਜਿਨ੍ਹਾਂ ਦੀ ਅਸੀਂ ਹਿਸਟਰੀ ਹਮੇਸ਼ਾ ਲੋਕਾਂ ਨਾਲ ਸਾਂਝੀ ਕਰਦੇ ਹਾਂ। ਸੋ ਸ਼ੀ ਇਜ਼ ਡਾਇਬੀਟੀਜ਼ ਟਾਈਪ 1। ਠੀਕ ਹੈ। ਡਾਇਬੀਟੀਜ਼ ਟਾਈਪ 1 ਜਿਹੜੀ ਹੈਗੀ ਹੈ, ਜੇ ਤੁਹਾਡੇ ਬੱਚੇ ਨੂੰ ਹੈਗੀ ਵੀ ਹੈ ਤਾਂ ਪਲੀਜ਼ ਹਾਰਟ ਨਾ ਲੂਜ਼ ਕਰੋ। ਉਹਨਾਂ ਨੂੰ ਇੱਕ ਸਪੈਸ਼ਲ ਟੀਮ ਦੇਖਦੀ ਹੈ ਜਿਹੜੇ ਉਹਨਾਂ ਦੀ ਲਾਈਫ ਸਟਾਈਲ ਨੂੰ ਐਜ਼ ਈਜ਼ੀ ਐਜ਼ ਪੋਸੀਬਲ ਟਰਾਈ ਕਰਦੇ ਕਿ ਵਧੀਆ ਮੈਨੇਜ ਕਰ। ਬਿਲਕੁਲ ਹਾਂਜੀ। ਤੇ ਇਹਦੇ ਵਿੱਚ ਕੋਈ ਤੁਸੀਂ ਡਰੋ ਨਾ, ਕੋਈ ਗੱਲ ਨਹੀਂ। ਦਿਸ ਯੂ ਆਰ ਲੱਕੀ। ਸਭ ਤੋਂ ਪਹਿਲੀ ਚੀਜ਼ ਕਿ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਹੋ ਐਂਡ ਦ ਪੀਡੀਆਟ੍ਰਿਕ ਨਰਸਿਸ, ਦ ਡਾਇਬੀਟੀਜ਼ ਸਪੈਸ਼ਲਿਸਟ ਨਰਸਿਸ ਇਨ ਨਿਊਜ਼ੀਲੈਂਡ ਸਪੈਸ਼ਲੀ ਬੱਚਿਆਂ ਨੂੰ ਜਿਹੜੇ ਦੇਖਦੇ ਨੇ, ਦੇ ਆਰ ਵੈਰੀ ਗੁੱਡ ਟੀਮ, ਵੈਰੀ ਗੁੱਡ ਟੀਮ। ਅੱਛਾ ਆਊਟ ਆਫ ਦ ਬਲੂ ਮੈਂ ਇੱਕ ਸਿਨੈਰੀਓ ਦਿੰਦਾ ਤੁਹਾਨੂੰ ਗੁਰਜੀਤ। ਫਰਜ਼ ਕਰ ਲਓ ਮੈਂ ਆਪਣਾ ਬਲੱਡ ਟੈਸਟ ਉਹਨਾਂ ਰੈਗੂਲਰਲੀ ਨਹੀਂ ਕਰਾਉਂਦਾ ਜਿੰਨਾ ਮੈਨੂੰ ਕਰਾਉਣਾ ਚਾਹੀਦਾ। ਜੀ ਕਈ ਵਾਰੀ ਮੇਰੇ ਵਰਗੇ ਬੰਦਿਆਂ ਕੋਲ ਬਹਾਨੇ ਬੜੇ ਹੁੰਦੇ ਆ ਕਿਉਂਕਿ ਨਲਾਇਕ ਪੁੱਤ ਦਾ ਬਸਤਾ ਭਾਰਾ ਹੁੰਦਾ ਤੇ ਉਹ ਕਈ ਵਾਰੀ ਸੋਚਦੇ ਨਹੀਂ ਜੀ ਮੈਂ ਤਾਂ ਬਿਜ਼ੀ ਬਹੁਤ ਆ, ਮੇਰੇ ਕੋਲ ਤਾਂ ਟਾਈਮ ਹੀ ਹੈ ਨਹੀਂ। ਹੁਣ ਪਤਾ ਕਿੱਦਾਂ ਲੱਗਦਾ ਕਿ ਯਾਰ ਹੋ ਸਕਦਾ ਮੈਨੂੰ ਵੀ ਬਿਮਾਰੀ ਹੋਵੇ, ਲੱਛਣ ਕੀ ਹੈ ਇਹਦੇ ਬਿਮਾਰੀ ਦੇ, ਉਹ ਮੈਨੂੰ ਪਹਿਲਾਂ ਪੁੱਛਣਾ ਚਾਹੀਦਾ ਸੀ, ਉਹ ਜ਼ਰੂਰ ਦੱਸੋ। ਬਿਲਕੁਲ। ਜਿਵੇਂ ਮੈਂ ਤੁਹਾਨੂੰ ਕਿਹਾ ਹੈ ਕਿ ਜਿਵੇਂ ਆਪਾਂ 35 ਸਾਲ ਦੀ ਉਮਰ ਦੇ ਵਿੱਚ ਐਟਲੀਸਟ ਤੁਹਾਨੂੰ ਇੱਕ ਆਈਡੀਆ ਇੱਕ ਬਲੱਡ ਟੈਸਟ ਤੇ ਹੋ ਜਾਂਦਾ ਹੈ ਕਿ ਠੀਕ ਹੈ ਤੁਹਾਡਾ ਜਿਹੜਾ ਸ਼ੂਗਰ ਲੈਵਲ ਹੈ ਉਹ ਜਿਵੇਂ ਆਪਾਂ ਡਾਇਬੀਟੀਜ਼ ਵੱਲੋਂ ਜਾ ਰਿਹਾ ਜਾਂ ਪ੍ਰੀ ਡਾਇਬੀਟੀਜ਼ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਇੰਪੋਰਟੈਂਟ ਹੈ। ਸਾਡੇ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਉਹ ਪ੍ਰੀ ਡਾਇਬੀਟੀਜ਼ ਦੀ ਸਿਚੁਏਸ਼ਨ ਦੇ ਵਿੱਚ ਨੇ, ਜਿਹਨੂੰ ਆਪਾਂ ਕਹਿੰਦੇ ਨੇ ਕਿ ਡਾਇਬੀਟੀਜ਼ ਨਹੀਂ ਹੈ ਲੇਕਿਨ ਨਾਨ ਡਾਇਬੀਟੀਜ਼ ਵੀ ਨਹੀਂ ਹੈ, ਤੁਸੀਂ ਮਿਡਲ ਦੇ ਵਿੱਚ ਹੋ। ਆਬਵੀਅਸਲੀ ਉਸ ਸਿਚੁਏਸ਼ਨ ਤੇ ਮੈਂ ਜ਼ਰੂਰ ਆਪਣੇ ਪੇਸ਼ੈਂਟਸ ਨੂੰ ਮੈਸੇਜ ਦਿੰਦੀ ਹੁੰਦੀ ਹਾਂ ਕਿ ਦੇਖੋ ਤੁਸੀਂ ਮਿਡਲ ਚੋਂ, ਇਟਸ ਨਾਓ ਇਨ ਯੋਰ ਗੁੱਡ ਹੈਂਡਸ ਕਿ ਤੁਸੀਂ ਕਿੱਧਰ ਨੂੰ ਜਾਣਾ ਹੈ। ਓਕੇ ਤੁਸੀਂ ਵਾਪਸ ਮੁੜਨਾ ਹੈ ਨਾਨ ਡਾਇਬੀਟੀਜ਼ ਵਾਲੇ ਪਾਸੇ ਨੂੰ, ਜਾਂ ਤੁਸੀਂ ਇਸੇ ਲਾਈਫਸਟਾਈਲ ਦੇ ਨਾਲ ਰਹਿਣਾ ਤੇ ਤੁਸੀਂ ਡਾਇਬੀਟੀਜ਼ ਵਾਲੇ ਪਾਸੇ ਨੂੰ ਸੋ ਜਾਣਾ। ਨਾਓ ਯੂ ਟਾਕਿੰਗ ਅਬਾਊਟ ਵਿਲ ਪਾਵਰ। ਜੀ ਬਿਲਕੁਲ। ਮੋਟੀਵੇਸ਼ਨ ਉੱਥੇ ਬਹੁਤ ਜ਼ਰੂਰੀ ਹੈ ਉਸ ਚੀਜ਼ ਦੇ ਵਿੱਚ। ਤੇ ਬਿਲਕੁਲ ਜੇ ਅਸੀਂ ਦੇਖੀਏ ਡਾਕਟਰਸ ਤੁਹਾਨੂੰ ਬਲੱਡ ਟੈਸਟ ਜ਼ਰੂਰ ਦਿੰਦੇ ਨੇ, ਬਟ ਜਿਹੜੇ ਤੇ ਸਿੰਪਟਮਸ ਹੁੰਦੇ ਨੇ ਉਹ 3 ਮੇਨ ਸਿੰਪਟਮਸ ਨੇ। ਤੁਹਾਨੂੰ ਯੂਰਿਨ ਬਹੁਤ ਆਉਂਦਾ ਹੈ, ਬਾਥਰੂਮ ਬਾਰ-ਬਾਰ ਜਾਂਦੇ ਹੋ ਤੁਸੀਂ, ਤੁਹਾਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਤੇ ਤੁਹਾਨੂੰ ਪਿਆਸ ਬਹੁਤ ਜ਼ਿਆਦਾ ਲੱਗਦੀ ਹੈ। ਠੀਕ ਹੈ। ਇਹ ਛੋਟੀ ਬੱਚੀ ਨੇ ਇਹੀ ਗੱਲ ਸ਼ੁਰੂਆਤੀ ਦੌਰ 'ਚ ਆਪਣੇ ਮਾਪਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜੀ, ਲੇਕਿਨ ਤੁਸੀਂ ਯਕੀਨ ਨਹੀਂ ਕਰਨਾ ਫਿਰ ਵੀ 5 ਮਹੀਨੇ ਲੱਗ ਗਏ ਇਹ ਸਮਝਣ ਨੂੰ ਕਿ ਅਸਲ 'ਚ ਇਹਨੂੰ ਬੱਚੀ ਨੂੰ ਸ਼ੂਗਰ ਹੈ। ਉਹ ਰਾਤ ਨੂੰ ਉੱਠ ਕੇ ਪਾਣੀ ਪੀਆ ਕਰੇ 2-2 3 ਵਾਰ ਨਾ। ਇਸੇ ਤਰ੍ਹਾਂ ਤੁਸੀਂ ਜਿਵੇਂ ਜ਼ਿਕਰ ਕੀਤਾ ਵਾਸ਼ਰੂਮ ਜ਼ਿਆਦਾ ਜਾਣਾ ਪਿਆ ਕਰੇ, ਨੀਂਦ ਵੀ ਖਰਾਬ ਹੋਇਆ ਕਰੇ, ਸਾਰੇ ਡਿਸਟਰਬ ਹੋਇਆ ਕਰਨ। ਲੇਕਿਨ ਕਾਫੀ ਸਮੇਂ ਬਾਅਦ ਜਾ ਕੇ ਪਤਾ ਲੱਗਾ ਕਿ ਅਸਲ ਦੇ ਵਿੱਚ ਪ੍ਰੋਬਲਮ ਹੋਰ ਆ। ਜੀ ਬਿਲਕੁਲ। ਇਹ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਆਬਵੀਅਸਲੀ ਤੁਸੀਂ ਬਾਰ-ਬਾਰ ਤੁਸੀਂ ਖਾਣਾ ਖਾ ਰਹੇ ਹੋ, ਤੁਹਾਡਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਆਪਣੇ ਸੈੱਲ ਦੇ ਵਿੱਚ ਸ਼ੂਗਰ ਨਹੀਂ ਜਾ ਰਹੀ, ਉਹ ਭੁੱਖ ਲੱਗ ਰਹੀ ਹੈ ਉਹਨੂੰ ਦੁਬਾਰਾ। ਬੇਸ਼ੱਕ ਬਲੱਡ ਦੇ ਵਿੱਚ ਹੈ ਲੇਕਿਨ ਸੈੱਲ ਦੇ ਵਿੱਚ ਨਹੀਂ ਹੈ, ਤੁਹਾਨੂੰ ਬਾਰ-ਬਾਰ ਭੁੱਖ ਲੱਗ ਰਹੀ ਹੈ, ਉਹਦੇ 'ਚ ਤੋਂ ਗਲੂਕੋਜ਼ ਘਟੀ ਹੋਈ ਹੈ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਵੀ ਇਹ ਜਿਹੜੇ ਆਪਸ਼ਨਸ ਨੇ। ਕਈ ਵਾਰੀ weight lose ਵੀ ਹੁੰਦਾ ਤੁਹਾਨੂੰ ਕਿਉਂਕਿ ਆਬਵੀਅਸਲੀ ਜਿਵੇਂ ਆਪਾਂ ਕਿਹਾ ਨਾ ਕਿ ਜਿਹੜਾ ਸੈੱਲ ਹੈ ਉਹ ਭੁੱਖਾ ਹੈ ਅੰਦਰੋਂ। ਬਿਲਕੁਲ। ਤੁਹਾਡਾ ਮੈਟਾਬੋਲਿਜ਼ਮ ਉਹ ਐਕਸਪੈਕਟ ਕਰਦਾ ਕਿ ਕੁਝ ਆਊਗਾ, ਮੈਨੂੰ ਕੁਝ ਮਿਲੂਗਾ, ਲੇਕਿਨ ਆ ਨਹੀਂ ਰਿਹਾ। ਬਿਲਕੁਲ ਹਾਂਜੀ। ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਤੇ ਅਸੀਂ ਬਹੁਤ ਧਿਆਨ ਦੇਣ ਦੀ ਸਾਨੂੰ ਲੋੜ ਹੈ। ਅੱਛਾ ਗੁਰਜੀਤ, ਮੈਂ ਨਾ ਤੁਹਾਡੀ ਗੱਲ ਵਿਚਾਲੇ ਰਹਿ ਗਈ। ਸਾਡੇ ਆਪਣੇ ਅਗਰ ਫਾਨੋ ਦੇ ਵਿੱਚ ਕੁਝ ਲੋਕ ਆ ਜਿਹੜੇ ਕਦੇ-ਕਦੇ ਇਹ ਵੀ ਸ਼ਿਕਾਇਤ ਕਰਦੇ ਕਿ ਮੇਰੀ ਸ਼ੂਗਰ ਘਟ ਗਈ ਜੀ, ਉਹ ਕੀ ਸਥਿਤੀ ਆ ਤੇ ਉਹਨੂੰ ਕਿਵੇਂ ਉਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ? ਕਿਉਂਕਿ ਮੈਨੂੰ ਇਹ ਵੀ ਪਤਾ ਲੱਗਿਆ ਕਿ ਕਈ ਵਾਰੀ ਹਾਲਾਤ ਇੰਨੇ ਬੱਤਰ ਹੋ ਜਾਂਦੇ ਆ ਕਿ ਕੁਝ ਇੱਕ ਲੋਕਾਂ ਦੀ ਇਦਾਂ ਦੇ ਹਾਲਾਤਾਂ 'ਚ ਮਾਫ ਕਰਨਾ ਬਹੁਤ ਵੀ ਹੋ ਗਈ।
ਜੀ ਕਿ ਬਿਲਕੁਲ ਸ਼ੂਗਰ ਲੋ ਘਟ ਗਿਆ, ਇੰਨੀ ਘਟ ਗਈ ਜੀ ਸ਼ੂਗਰ ਲੈਵਲ ਜਿਹੜਾ ਹੈ ਕਿ ਉਹ ਮਤਲਬ ਇਸ ਗੱਲ ਦੀ ਤਵੱਕੋ ਨਹੀਂ ਕਰਦੇ ਸੀ ਜੀ ਕਿਤੇ ਆਊਟ ਆਫ ਦਾ ਸਟੇਸ਼ਨ ਗਏ ਹੋ ਆ ਔਰ ਉੱਥੇ ਜਾ ਕੇ ਕੋਈ ਇਦਾਂ ਦਾ ਇੱਕਦਮ ਲੌਲੀ ਜਾਂ ਕੋਈ ਹੋਰ ਚੀਜ਼ ਉਹਨਾਂ ਕੋਲ ਹੈ ਨਹੀਂ ਸੀ ਜਿਹੜੀ ਉਹ ਕੰਜ਼ਿਊਮ ਕਰਨ। ਸੋ ਇਦਾਂ ਦੀ ਸਿਚੁਏਸ਼ਨ ਤੋਂ ਬਚਾਅ ਕਰਨ ਦੇ ਲਈ ਵੀ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਟਿਪਸ ਜ਼ਰੂਰ ਦਿਓ। ਜੀ ਬਿਲਕੁਲ। ਦੇਖੋ ਜਿਵੇਂ ਆਪਾਂ ਡਾਇਬੀਟੀਜ਼ ਮੈਨੇਜਮੈਂਟ ਦੀ ਗੱਲ ਕਰਦੇ ਹਾਂ, ਤੁਹਾਡੀ ਇਹਦੇ ਵਿੱਚ ਡਾਈਟ ਕੀ ਹੈਗੀ ਆ, ਤੁਹਾਡੀ ਫਿਜ਼ੀਕਲ ਐਕਟੀਵਿਟੀ ਕੀ ਆ, ਤੁਸੀਂ ਮੈਡੀਕੇਸ਼ਨਸ ਕੀ ਲੈਂਦੇ ਹੋ, ਜੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਮਾਇਨਾ ਰੱਖਦੀਆਂ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਔਨ ਐਂਡ ਆਫ ਮੇਰੀ ਜਿਹੜੀ ਸ਼ੂਗਰ ਹੈ ਉਹ ਘਟ ਜਾਂਦੀ ਹੈ ਤਾਂ ਪਲੀਜ਼ ਆਪਣੀਆਂ ਜਿਹੜੀਆਂ ਕਲੀਨਿਕ ਨਰਸ ਹੈ ਜਾਂ ਆਪਣੇ ਜੀਪੀ ਨੇ ਉਹਨਾਂ ਦੇ ਨਾਲ ਜ਼ਰੂਰ ਡਿਸਕਸ ਕਰੋ। ਹੋ ਸਕਦਾ ਹੈ ਤੁਹਾਡੀ ਮੈਡੀਕੇਸ਼ਨ ਜਿਹੜੀ ਹੈ ਉਹ ਚੇਂਜ ਕਰਨੀ ਪਵੇ। ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਤੁਸੀਂ ਸੇਮ ਮੈਡੀਕੇਸ਼ਨ ਲੈ ਰਹੇ ਹੋ ਜੋ ਤੁਸੀਂ ਕੱਲ੍ਹ ਲੈਂਦੇ ਸੀ, ਹਫਤਾ ਪਹਿਲਾਂ ਲੈਂਦੇ ਸੀ, ਲੇਕਿਨ ਸਡਨਲੀ ਤੁਹਾਡੇ ਮਨ 'ਚ, ਜਿਵੇਂ ਹੁਣ ਮੈਂ ਮੋਟੀਵੇਸ਼ਨ ਦੇ ਦਿੱਤੀ ਹੈ, ਸਡਨਲੀ ਮੋਟੀਵੇਸ਼ਨ ਤੁਹਾਡੇ ਮਨ 'ਚ ਆ ਗਈ ਹੈ ਕਿ ਅੱਛਾ ਠੀਕ ਹੈ ਅੱਜ ਕੱਲ੍ਹ ਤੋਂ ਮੈਂ ਬਿਲਕੁਲ ਹੀ ਲੋ ਕਾਰਬਸ ਵੀ ਕਰ ਦੇਣਾ ਫੂਡ ਨੂੰ ਤੇ ਮੈਂ ਸੈਲਡ ਲੈ ਲਿਆ ਔਰ ਮੈਂ ਇੰਨਾ ਭੱਜ ਕੇ ਆਉਣਾ। ਤਾਂ ਮਤਲਬ ਮੈਡੀਕੇਸ਼ਨ ਤੁਹਾਡੀ ਉਹੀ ਸੀਗੀ, ਤਾਂ ਤੁਹਾਨੂੰ ਥੋੜਾ ਜਿਹਾ ਉਹਦੇ ਵਿੱਚ ਧਿਆਨ ਦੇਣ ਦੀ ਲੋੜ ਹੈ ਕਿ ਹਾਂ ਕਿ ਕਿਤੇ ਮੇਰੀ ਮੈਡੀਕੇਸ਼ਨ ਦੇ ਹਿਸਾਬ ਨਾਲ ਜਿਹੜੀ ਮੇਰੀ ਐਕਟੀਵਿਟੀ ਹੈ ਮੈਂ ਬਹੁਤ ਜ਼ਿਆਦਾ ਤੇ ਨਹੀਂ ਕਰ ਰਿਹਾ, ਜਾਂ ਜੇ ਮੈਂ ਜ਼ਿਆਦਾ ਕਰ ਰਿਹਾ, ਮੈਂ ਬਹੁਤ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਨੂੰ ਵਾਪਸ ਜਾ ਕੇ ਆਪਣੇ ਡਾਕਟਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਕੋਈ ਮੇਰੀ ਮੈਡੀਸਿਨ ਇਦਾਂ ਦੀ ਤੇ ਨਹੀਂ ਹੈਗੀ ਜਿਹੜੀ ਮੈਨੂੰ ਹਾਈਪੋ ਕਰ ਦੂਗੀ। ਸੋ ਇਟਸ ਨਾਟ ਓਨਲੀ ਦ ਲਾਈਫਸਟਾਈਲ, ਜੀ ਇਟ ਕੈਨ ਬੀ ਮੈਡੀਕੇਸ਼ਨ ਸਮਟਾਈਮਸ। ਜੀ ਬਿਲਕੁਲ। ਸੋ ਬਿਲਕੁਲ ਭਾਵੇਂ ਕਿ ਇਸ ਗੱਲ ਦੇ ਮੌਕੇ ਬਹੁਤ ਥੋੜੇ ਹੋ ਸਕਦੇ ਆ, ਚਾਂਸਸ ਰੇਅਰ ਹੋ ਸਕਦੇ ਆ, ਬਟ ਗੁਰਜੀਤ ਉਹਨਾਂ ਦੇ ਮੁਤਾਬਕ ਇਹ ਵੀ ਇੱਕ ਫੈਕਟਰ ਹੋ ਸਕਦਾ ਹੈ। ਸੋ ਕੀਪ ਐਨ ਆਈ ਔਨ ਯੋਰ ਮੈਡੀਕੇਸ਼ਨ। ਜਦੋਂ ਵੀ ਤੁਸੀਂ ਡਿਸਕਸ਼ਨ ਕਰਦੇ ਆ, ਆਪਣੇ ਜੀਪੀ ਨੂੰ ਮਿਲਣ ਜਾਂਦੇ ਆ, ਇਹ ਮੈਨੂੰ ਪਤਾ ਹੈ ਕਿ ਸਾਡੇ ਰੁਝੇਵਿਆਂ ਦੇ ਵਿੱਚ ਕਈ ਵਾਰੀ ਅਸੀਂ ਗੁਰੇਜ਼ ਕਰ ਜੀਦਾ, ਲੇਕਿਨ ਰੈਗੂਲਰ ਬਲੱਡ ਟੈਸਟ ਜ਼ਰੂਰ ਕਰਾਈਏ ਆਪਾਂ, ਤਾਂ ਕਿ ਹਰੇਕ ਦੀ ਨਜ਼ਰ ਰਹੇ ਕਿ ਮੇਰੇ ਸਰੀਰ ਦੇ ਵਿੱਚ ਤਬਦੀਲੀਆਂ ਆ ਰਹੀਆਂ, ਖਾਸ ਏਜ ਤੋਂ ਬਾਅਦ, ਉਮਰ ਤੋਂ ਬਾਅਦ। ਇਹ ਜਿਹੜੀਆਂ ਗੁੰਝਲਾਂ ਨੇ ਜਾਂ ਕੰਪਲੀਕੇਸ਼ਨਸ ਨੇ ਓਬਵੀਅਸਲੀ ਉਹ ਜ਼ਿੰਦਗੀ ਦੇ ਵਿੱਚ ਆਉਂਦੀਆਂ, ਇਹਨਾਂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ। ਔਰ ਜਿਹੜੀ ਤੁਹਾਡੀ ਵਿਲ ਪਾਵਰ ਹੈ, ਜਿਹੜੀ ਤੁਹਾਡੇ ਅੰਤਰਮਨ ਦੀ ਅਵਸਥਾ ਉਹ ਏਡੀ ਜ਼ਬਰਦਸਤ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜਾ ਆਮ ਮਨੁੱਖ ਆ ਉਹ ਸਰੀਰਕ ਤੌਰ ਤੇ ਨਹੀਂ, ਮਾਨਸਿਕ ਤੌਰ ਤੇ ਵੀ ਨਿਰਵਾਹ ਹੋਣਾ ਚਾਹੀਦਾ, ਤਾਂ ਕਿ ਜਿਹੜੀ ਵੀ ਰਿਕੁਆਇਰਮੈਂਟ ਉਸ ਲਈ ਹੈਗੀ ਆ ਉਹ ਈਜ਼ੀਲੀ ਉਹਨੂੰ ਨਿਭਾ ਸਕੇ, ਹੈ ਨਾ। ਸੋ ਦੂਜੀ ਗੱਲ ਆ ਵੀ ਸਿੰਪਟਮਸ ਜਿਹੜੇ ਆ ਉਹਨਾਂ ਤੇ ਵੀ ਨਜ਼ਰ ਰੱਖਣ ਦੀ ਲੋੜ ਆ, ਕਿਉਂਕਿ ਕਈ ਵਾਰ ਅਚਨਚੇਤ ਬਿਮਾਰੀ ਜਿਹੜੀ ਆ ਦੱਬੇ ਪੈਰੀਂ ਆ ਜਾਂਦੀ ਆ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ। ਕੁਝ ਇੱਕ ਆਪਣੇ ਸਾਡੇ ਮਿੱਤਰ ਪਿਆਰੇ ਉਹਨਾਂ ਨੂੰ ਸ਼ਾਮਲ ਕਰਦੇ ਆ। ਰਣਜੀਤ ਕੌਰ ਜੀ ਕਹਿੰਦੇ ਵੀ ਅਲਕੋਹਲ ਇਨਵੋਲਵਮੈਂਟ ਹਾਊ ਮਚ, ਵਾਟਸ ਅਦਰ ਕੰਪਲੀਕੇਸ਼ਨਸ ਆਫ ਡਾਇਬੀਟੀਜ਼। ਕਮਲਜੀਤ ਸੰਘੇੜਾ ਵਾਈਕਾਟੋ ਤੋਂ ਉਹ ਕਹਿੰਦੇ ਜੀ ਬੋਰਡਰਲਾਈਨ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਆ। ਫਿਰ ਉਹ ਕਹਿੰਦੇ ਵੀ ਫੈਮਿਲੀ ਹਿਸਟਰੀ ਵੀ ਪਾਰਟਿਸਿਪੇਟ ਕਰਦੀ। ਰਣਜੀਤ ਹੋਣੀ ਕਹਿੰਦੇ ਇਹ 'ਚ ਕੋਈ ਸ਼ੱਕ ਨਹੀਂ ਮੇਰੇ ਖਿਆਲ। ਜਸ ਬਾਠ ਹੋਣੀ ਕਹਿੰਦੇ ਬਹੁਤ ਹੀ ਪ੍ਰਭਾਵਸ਼ਾਲੀ ਚਰਚਾ, ਤੇ ਨਾਲ ਸਾਡੇ ਕੁਝ ਹੋਰ ਸੱਜਣ ਵੀ ਜੁੜੇ ਹੋਏ ਆ। ਮਨਜੀਤ ਕੌਰ ਜੀ ਨੂੰ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਬਾਰੇ ਪਹਿਲਾਂ ਆਪਣੀ ਟਿੱਪਣੀ ਕੀਤੀ ਸੀ। ਸੋ ਓਵਰਆਲ ਜਦੋਂ ਤੁਸੀਂ ਦੇਖਦੇ ਹੋ ਤਾਂ ਇਹਦੇ ਵਿੱਚ ਮੈਂ ਦੇਖ ਰਿਹਾ ਕਿ ਐਲਕੋਹਲ ਵੀ ਫੈਕਟਰ ਤੁਸੀਂ ਡਿਸਕਸ ਕੀਤਾ ਨਾ, ਇਹ ਹੈਗਾ ਆ। ਸੋ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਖਾਣ ਦੀਆਂ ਆਦਤਾਂ ਆ, ਜਿੱਦਾਂ ਹੁਣ ਮੇਰੇ ਵਰਗੇ ਸਿਆਲਾਂ ਦੀ ਰੁੱਤੇ ਪਿੰਨੀਆਂ ਦੇ ਬੜੇ ਸ਼ੌਕੀਨ ਹੋ ਜਾਂਦੇ ਆ। ਸੋ ਕਈ ਵਾਰ ਅਸੀਂ ਆਪਣੇ ਵੱਲੋਂ ਸ਼ਾਇਦ ਅਸੈਸ ਨਹੀਂ ਕਰ ਪਾਉਂਦੇ ਕਿ ਸਾਡੇ ਸਰੀਰ ਨੂੰ ਜਿਹੜੀਆਂ ਖਾਣ ਵਾਲੀਆਂ ਵਸਤਾਂ ਉਹ ਐਗਜ਼ੈਕਟਲੀ ਸੇਮ ਨਹੀਂ ਚਾਹੀਦੀਆਂ ਜਿਹੜੀਆਂ ਸਾਡੇ ਬੈਕ ਇਨ ਹੋਮ ਕੰਟਰੀਜ਼ ਚਾਹੀਦੀਆਂ ਸੀ, ਕਿਉਂਕਿ ਵਾਤਾਵਰਨ ਵੱਖਰਾ ਹੈ, ਪਸੀਨਾ ਘੱਟ ਆਉਂਦਾ, ਨੱਠ ਭਜਾਈ ਜਿੰਨੀ ਕੁ ਆਪ ਹਿੰਮਤ ਕਰਕੇ ਤੁਸੀਂ ਕਰ ਲਓ ਉਨੀ ਕਰ ਲਓ। ਖਾਸ ਤੌਰ ਤੇ ਇੰਡੀਆ ਦੀ ਗੱਲ ਕਰਦੇ ਆ, ਜਿਹੜੇ ਸਾਡੇ ਭਾਰਤੀ ਮੂਲ ਦੇ ਲੋਕ ਨੇ ਉਹਨਾਂ ਦਾ ਵਾਤਾਵਰਨ ਬਿਲਕੁਲ ਇੱਥੇ ਆ ਕੇ ਵੱਖਰਾ ਹੋ ਜਾਂਦਾ। ਮੇਰੇ ਵਰਗੇ ਸ਼ੁਰੂ ਚ ਆ ਕੇ ਪਹਿਲਾਂ ਦੇਸੀ ਘਿਓ ਦਾ ਚਮਚਾ ਭਰ ਪਾਈ ਜਾਂਦੇ ਆ, ਫਿਰ ਕੋਕ ਵੀ ਨਾਲ ਪੀ ਜਾਂਦੇ ਆ। ਸੋ ਖਾਣ ਦੀਆਂ ਜਿਹੜੀਆਂ ਆਦਤਾਂ ਉਹਨਾਂ ਦੇ ਵਿੱਚ ਫੌਰਨ ਤੌਰ ਦੇ ਉੱਤੇ ਕਿਹੜੀ ਤਬਦੀਲੀ ਆ ਜਿਹੜੀ ਕਰ ਦੇਣੀ ਚਾਹੀਦੀ ਆਪਾਂ ਨੂੰ, ਕੱਲ ਤੋਂ ਮੇਰੇ ਵਰਗੇ ਲਾਗੂ ਕਰ ਦੇਣ, ਉਹ ਦੱਸੋ। ਦੇਖੋ ਇਹਦੇ ਵਿੱਚ ਜਿਹੜਾ ਡਾਈਟ ਹੈ ਉਹ ਇੱਕ ਬਹੁਤ ਵੱਡਾ ਵਿਸ਼ਾ, ਜੇ ਆਪਾਂ ਤੇ ਗੱਲ ਕਰਨ ਲੱਗੀ ਤਾਂ ਮੇਰੇ ਖਿਆਲ 'ਚ ਸਾਡਾ ਜਿਹੜਾ ਅੱਧੇ ਘੰਟੇ ਦਾ ਸੈਸ਼ਨ ਆ ਜਾਂ 20 ਮਿੰਟ ਦਾ ਇਹ ਬਹੁਤ ਥੋੜਾ ਹੋਏਗਾ। ਮੈਂ ਥੋੜ੍ਹੀਆਂ ਜਿਹੀ ਗੱਲਾਂ ਜਿਹੜੀਆਂ ਥੋੜ੍ਹੀ ਜਿਹੀ ਟਿਪਸ ਤੁਹਾਨੂੰ ਜ਼ਰੂਰ ਦਊਂਗੀ ਕਿ ਇਹ ਜਿਹੜਾ ਚਾਰਟ ਆਪਣੇ ਕੋਲ ਹੈਗਾ ਇਹਨੂੰ ਅਸੀਂ ਜ਼ਰੂਰ ਦੇਖੀਏ। ਇਹ ਸਾਡੀ ਪਲੇਟ ਹੈ, ਖਾਣੇ ਦੀ ਪਲੇਟ ਹੈ ਸਾਡੀ, ਐਡੀ ਕੀ ਹੋਣੀ ਚਾਹੀਦੀ ਹੈ, ਬਹੁਤੇ ਵੱਡੇ ਪਲੇਟ ਦੀ ਸਾਨੂੰ ਉਸੇ ਸਾਈਜ਼ ਦੀ ਪਲੇਟ ਲੈ ਕੇ ਬਿਲਕੁਲ ਐਗਜ਼ੈਕਟਲੀ ਹਾਂਜੀ, ਬਹੁਤੀ ਜ਼ਿਆਦਾ ਵੱਡੀ ਪਲੇਟ ਦੀ ਸਾਨੂੰ ਲੋੜ ਨਹੀਂ। ਹੁਣ ਜੇ ਅਸੀਂ ਇਹਦੇ 'ਚ ਦੇਖੀਏ ਤਾਂ ਇਹ ਅੱਧੀ ਜਿਹੜੀ ਹੈਗੀ ਹੈ ਸਾਡੀਆਂ ਵੈਜੀਟੇਬਲਸ ਇਹਦੇ ਵਿੱਚ ਹੈਗੀਆਂ ਜਿਨ੍ਹਾਂ ਦੀ ਸਾਨੂੰ ਲੋੜ ਹੈ, ਤੇ ਅਸੀਂ ਦੇਖੀਏ 1/4 ਜਿਹੜਾ ਹਿੱਸਾ ਸਾਡਾ ਉਹ ਕਾਰਬਸ ਦੇ ਵਿੱਚ ਆ ਜਾਂਦਾ, ਜਿਹਦੇ 'ਚ ਰੋਟੀ ਆ ਜਾਂਦੀ ਹੈ, ਰਾਈਸ ਆ ਜਾਂਦੇ ਨੇ, ਆਲੂ ਵਗੈਰਾ ਆ ਜਾਂਦਾ। ਅਨਦਰ 1/4 ਜਿਹੜਾ ਪ੍ਰੋਟੀਨ 'ਚ ਆ ਜਾਂਦਾ, ਜਿਹਦੇ 'ਚ ਮੀਟ ਹੋ ਗਿਆ, ਦਾਲਾਂ ਹੋ ਗਈਆਂ, ਪਨੀਰ ਹੋ ਗਿਆ। ਤੇ ਹੁਣ ਇਹ ਜਿਹੜਾ ਹੈਗਾ ਮੀਟ ਦਾ ਆਲਟਰਨੇਟਿਵ ਤੁਸੀਂ ਕੀ ਦਿੰਦੇ ਹੋ? ਦਾਲਾਂ ਬਿਲਕੁਲ ਹਾਈ ਪ੍ਰੋਟੀਨ ਆ ਦੋਸਤੋ। ਕਈ ਵਾਰੀ ਸਾਡੇ ਬੰਦੇ ਜਿਹੜੇ ਇਸ ਗੱਲੋਂ ਗਰੇਜ਼ ਕਰ ਜਾਂਦੇ ਆ। ਸੋ ਹੁਣ ਜਿਹੜੀ ਆਪਣੇ ਕੋਲ ਬੀਬੀ ਆਈ ਆ, ਇਹ ਬਹੁਤ ਪੜ੍ਹੀ ਲਿਖੀ ਆ, ਇਹਦੇ ਆਪਣੇ ਤਜਰਬੇ ਤੇ ਇਹਦੇ ਅਧਿਐਨ ਤੋਂ ਬਾਅਦ ਇਹਨੇ ਤੱਤ ਕੱਢੇ ਸਾਰੇ।
ਠੀਕ ਹੈ। ਤੇ ਦਾਲਾਂ ਜਿਹੜੀਆਂ ਨੇ ਵੈਜੀਟੇਰੀਅਨ ਲੋਕਾਂ ਦੇ ਲਈ ਬਹੁਤ ਜ਼ਰੂਰੀ ਨੇ, 1/4 ਹਿੱਸਾ ਲੇਕਿਨ ਆਪਾਂ ਨੂੰ ਉਹਨਾਂ ਦਾ ਚਾਹੀਦਾ ਹੈ। ਤੇ ਜੇ ਤੁਸੀਂ ਮੀਟ ਖਾਂਦੇ ਹੈਗੇ ਹੋ, ਜੇ ਤੁਸੀਂ ਮੀਟ ਖਾਣ ਦੇ ਸ਼ੌਕੀਨ ਹੋ, ਤਾਂ ਮੈਂ ਕੋਈ ਵੀ ਜਿਹੜਾ ਪ੍ਰੋਟੀਨ ਸੋਰਸ ਹੈ ਮੀਟ ਦਾ, ਤਾਂ ਆਪਣਾ ਜਿਹੜਾ ਦੇਖੋ ਇੰਨਾ ਮੀਟ ਤੁਸੀਂ ਕੋਈ ਵੀ ਜਿੱਦਾਂ ਚਿਕਨ ਹੈ, ਬੀਫ ਹੈ, ਲੈਮ ਹੈ, ਇੰਨਾ ਸਾਰਾ ਮੀਟ ਤੁਸੀਂ ਦਿਨ ਦੇ ਵਿੱਚ ਖਾ ਸਕਦੇ ਹੋ। ਤੇ ਐਨੀ ਥਿਕਨੈਸ, ਹੁਣ ਤੁਸੀਂ ਆਪਣੇ ਆਪ ਸੋਚ ਲਓ ਵੀ ਜਦੋਂ ਆਪਾਂ ਕੋਲਾ ਭਰ ਕੇ ਖਾਂਦੇ ਆ ਤਾਂ ਉਹ ਇਹਦੇ ਨਾਲੋਂ ਬਹੁਤ ਮਾਤਰਾ 'ਚ ਜ਼ਿਆਦਾ ਹੁੰਦਾ ਹੈ। ਥੋੜੀ ਕੁਆਂਟੀਟੀ ਉਨੀ ਚੀਜ਼ ਨੂੰ ਜ਼ਰੂਰਤ ਨਹੀਂ ਉਨੀ ਹੈ, ਸਾਨੂੰ ਲੋੜ ਨਹੀਂ ਆਪਣੇ ਕੰਮਾਂ ਕਾਰਾਂ ਦੇ ਹਿਸਾਬ ਨਾਲ। ਹਾਂਜੀ, ਤੇ ਸੋ 1/4 ਪ੍ਰੋਟੀਨਸ, 1/4 ਕਾਰਬੋਹਾਈਡਰੇਟਸ, ਤੇ ਹਾਫ ਆਫ ਯੋਰ ਮੀਲ ਸ਼ੁਡ ਬੀ ਗ੍ਰੀਨ ਵੈਜੀਜ਼। ਹਾਂਜੀ, ਇੱਥੇ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਕਿ ਵੈਜੀਟੇਬਲਸ ਮਹਿੰਗੀਆਂ ਹੁੰਦੀਆਂ ਨੇ, ਡੋਂਟ ਮਤਲਬ ਸੀਜ਼ਨ ਦੇ ਉੱਤੇ ਦੇਖੋ ਉਸ ਸੀਜ਼ਨ ਦੇ ਵਿੱਚ ਕਿਹੜੀ ਵੈਜੀਟੇਬਲ ਤੁਹਾਡੇ ਕੋਲ ਅਵੇਲੇਬਲ ਹੈ, ਪਲੀਜ਼ ਟੂ ਜੈ ਤਾਜ਼ੀ ਹੋਵੇ ਉਹੀ ਤੁਸੀਂ ਚੂਜ਼ ਕਰਨੀ ਹੈਗੀ। ਇਹ ਨਹੀਂ ਵੀ ਹੁਣ ਮਤਲਬ $6 ਦਾ ਅਗਰ ਖੀਰਾ ਹੈ ਤਾਂ ਜ਼ਰੂਰੀ ਨਹੀਂ ਵੀ ਖੀਰਾ ਹੀ ਖਾਣਾ ਹੈ। ਉਸ ਟਾਈਮ ਤੇ ਦੇਖ ਲਓ ਵੀ ਕਿਹੜੀ ਹੋਰ ਵੈਜੀਟੇਬਲ ਆਪਸ਼ਨ ਮੇਰੇ ਕੋਲ ਹੈ। ਤੇ ਪਲੀਜ਼ ਕਿਚਨ ਗਾਰਡਨਸ ਜਿਹੜੇ ਨੇ ਉਹਨਾਂ ਵੱਲ ਥੋੜਾ ਧਿਆਨ ਦਿਓ, ਉਗਾਓ ਤਾਂ ਕਿ ਆਰਗੈਨਿਕ ਫੂਡ ਤੁਹਾਨੂੰ ਤਾਜ਼ਾ ਮਿਲੇ। ਹਾਂਜੀ ਬਿਲਕੁਲ, ਤੁਹਾਨੂੰ ਤਾਜ਼ਾ ਮਿਲੇ। ਤੇ ਇੱਕ ਦੋ ਜਿਹੜੀਆਂ ਚੀਜ਼ਾਂ ਜਿਵੇਂ ਆਪਾਂ ਸ਼ੂਗਰ ਪਹਿਲੇ ਹੀ ਕਵਰ ਕਰ ਲਈ ਹੈਗੀ ਹੈ ਕਿ ਰੂਹ ਅਫਜ਼ਾ ਮਿੱਠੇ ਸ਼ੂਗਰ ਤੁਹਾਨੂੰ ਲੈਣ ਦੀ ਲੋੜ ਨਹੀਂ। ਇੱਕ ਮੈਂ ਜ਼ਰੂਰ ਕਹੂੰਗੀ ਤੜਕਾ ਲਗਾਉਂਦੇ ਆ ਅਸੀਂ ਤਾਂ ਸਾਨੂੰ ਕੋਸ਼ਿਸ਼ ਕਰੀਏ ਆਪਾਂ ਵੀ ਆਪਾਂ ਸਪਰੇ ਆਇਲ ਦੀ ਵਰਤੋਂ ਕਰੀਏ, ਕਿਉਂਕਿ ਮੋਸਟਲੀ ਕੀ ਦੇਖਿਆ ਜਾਂਦਾ ਹੈ ਕਿ ਆਪਾਂ ਕਿੰਨਾ ਸਾਰਾ ਤੇਲ ਪਾ ਲੈਂਦੇ, ਉਹ 'ਚ ਪਿਆਜ਼ ਭੁੰਨ ਲੈਂਦੇ, ਪਿਆਜ਼ ਜਿਹੜੇ ਭੁੰਨੇ ਗਏ ਆ ਤੇ ਉਸ ਤੋਂ ਬਾਅਦ ਉਹ ਜਿਹੜਾ ਬਚ ਗਿਆ ਤਾਂ ਤੁਸੀਂ ਅਨੀਅਨਸ ਨੂੰ ਜਿਹੜੇ ਥੋੜੇ ਜਿਹੇ ਪਿਆਜ਼ ਭੁੰਨ ਕੇ ਉਹਨਾਂ ਨੂੰ ਥੋੜਾ ਜਿਹਾ ਸਪਰੇ ਆਇਲ ਕਰ ਲਓ, ਦੈਟ ਇਜ਼ ਇਨਫ। ਜਾਂ ਕਦੇ ਮੈਨੂੰ ਲੱਗਿਆ ਵੀ ਸਟਰ ਫਰਾਈਡ ਵੀ ਖਾ ਲੈਣੀ ਚਾਹੀਦੀ ਚੀਜ਼ਾਂ, ਉਹਦੇ ਨਾਲ ਹੀ ਫਰਕ ਪੈ ਰਿਹਾ। ਖਾਲੀ ਸਮੇਂ ਡੀਪ ਫਰਾਈਡ ਹਰੇਕ ਚੀਜ਼ ਅਸੀਂ ਖਾਂਦੇ ਆ, ਡੀਪ ਫਰਾਈਡ ਤਾਂ ਅਵੋਇਡ ਹੀ ਕਰਨਾ ਚਾਹੀਦਾ। ਪਿੱਛੇ ਅਸੀਂ ਆਪਣੇ ਕਿਸੇ ਸੱਜਣ ਦੇ ਘਰੇ ਰੋਟੀ ਦੇ ਨੇੜੇ ਤੇ ਚਲੇ ਗਏ, ਉਹਨਾਂ ਨੇ ਇਹ ਸੋਚ ਕੇ ਕਿ ਪਰਮਿੰਦਰ ਹੁਣੀ ਵੈਜੀਟੇਰੀਅਨ, ਇਹਨਾਂ ਨੂੰ ਮਿਕਸ ਵੈਜ ਜਿਹੜੀ ਆ ਉਹ ਸਵਾਦੀ ਜੀ ਬਣਾ ਕੇ ਖਿਲਾਉਂਦੇ ਆ। ਉਹਨਾਂ ਨੇ ਸਵਾਦ ਦੇ ਚੱਕਰ 'ਚ ਗੁਰਜੀਤ ਤੋਂ ਕੱਲੀ ਜਿਹੜੀ ਸਬਜ਼ੀ ਸੀ ਨਾ ਉਹ ਡੀਪਲੀ ਫਰਾਈਡ ਕਰਕੇ ਉਦੋਂ ਬਾਅਦ ਫਿਰ ਉਹਨੂੰ ਮਤਲਬ ਤੜਕਾ ਲਾਇਆ ਹੋਇਆ ਸੀ। ਜੀ ਬਿਲਕੁਲ, ਮੈਂ ਕਹਿੰਦਾ ਵੀ ਪਨੀਰ ਦੇ ਟੁਕੜੇ ਦੇ ਵਿੱਚ ਉਹਨਾਂ ਪਨੀਰ ਨਹੀਂ ਸੀ ਜਿੰਨਾ ਤੇਲ 'ਚ ਹੁੰਦਾ ਸੀ। ਖੈਰ ਧੰਨਵਾਦ ਤਾਂ ਮੈਂ ਕਰਿਆ ਆਪਣੇ ਉਹਨਾਂ ਮੇਜ਼ਬਾਨਾਂ ਦਾ, ਲੇਕਿਨ ਹੁਣ ਜੇ ਸੁਣਦੇ ਹੁਣ ਤਾਂ ਗੁੱਸਾ ਨਾ ਕਰਿਓ। ਤੇ ਜੇ ਮਿਕਸ ਵੈਜ ਬਣਾਉਣੀ ਵੀ ਆ ਤਾਂ ਸਟਰ ਫਰਾਈ ਕਰਕੇ ਬਣਾ ਲਿਓ, ਕਿਉਂਕਿ ਮੇਰੇ ਵਰਗੇ ਹੋਰ ਬਹੁਤ ਲੋਕ ਆ ਜਿਨ੍ਹਾਂ ਨੂੰ ਜੀਵਨ ਜਾਂਚ ਜਿਹੜੀ ਆ ਆਪਣੀ ਬਦਲਣ ਦੀ ਜ਼ਰੂਰਤ ਆ। ਸੋ ਉਹਦੇ 'ਚ ਜਿਹੜੇ ਅਸੀਂ ਜ਼ਿਆਦਾਤਰ ਬਾਹਰੋਂ ਖਾਣਾ ਖਾਂਦੇ, ਕਈ ਵਾਰ ਸੋਸ਼ਲਾਈਜ਼ ਕਰਦੇ ਆ, ਸਾਨੂੰ ਸਾਰਿਆਂ ਨੂੰ ਸ਼ਾਇਦ ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ। ਅੱਛਾ, ਰੈਸਟੋਰੈਂਟ 'ਚ ਚਲੇ ਗਏ ਤੁਸੀਂ, ਮੈਂ ਨਾਂ ਨਹੀਂ ਲੈਂਦਾ ਕਿਸੇ ਦਾ ਵੀ, ਕਿਉਂਕਿ ਸਾਡੇ ਬਹੁਤ ਸਾਰੇ ਕਾਰੋਬਾਰੀ ਮਿੱਤਰ ਨਾਰਾਜ਼ ਹੋ ਜਾਣੇ ਆ। ਰੈਸਟੋਰੈਂਟ 'ਚ ਜਾ ਕੇ ਕਿਹੜਾ ਫੂਡ ਖਾਈਏ? ਤੁਸੀਂ ਕੋਈ ਵੀ ਫੂਡ ਜਿਹੜਾ ਚੂਜ਼ ਕਰਦੇ ਹੋ, ਜਿਹੜਾ ਫੂਡ ਹੈ ਉਹਦੇ ਵਿੱਚ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਵੀ ਫੂਡ ਕੋਈ ਵੀ ਜਿਹੜਾ ਕਿਸੇ ਵੀ ਕਲਚਰ ਦਾ ਬੁਰਾ ਨਹੀਂ ਹੁੰਦਾ। ਤੁਸੀਂ ਦੇਖਣਾ, ਜਿਵੇਂ ਤੁਸੀਂ ਦੇਖੋ ਇਹੀ ਬਸ ਇਹਨੂੰ ਸਿੰਪਲੀ ਦੇਖ ਲਓ ਤੁਸੀਂ ਵੀ ਮੈਂ ਕੀ ਇਨਫ ਸੈਲਡਸ ਲਿਆ, ਮੈਂ ਕਹਿੰਦਾ ਨਾਲ ਹੀ ਲੈ ਕੇ ਜਾਓ। ਅਗਰ ਮੈਂ ਕੁਝ ਵੀ ਕੀਤਾ, ਜਦੋਂ ਵੇਟਰ ਆਰਡਰ ਲਾਉਣਾ ਹੋਵੇ ਉਹਨੂੰ ਬਾਅਦ ਦਿਖਾ ਦਿਓ ਭਾਜੀ ਇਹਨਾਂ 'ਚ ਦੇਖੋ, ਇਹਨਾਂ 'ਚ ਦੇਖੋ, ਸਾਨੂੰ ਮੈਨੂ ਜਿਹੜਾ ਇਦਾਂ ਦਾ ਬਣਾ ਕੇ ਸਾਨੂੰ ਦੇ ਦਿਓ। ਤੇ ਬਿਲਕੁਲ ਹਾਂਜੀ, ਇਹ ਚੀਜ਼ ਸੈਲਡ ਜ਼ਰੂਰ ਖਾਈਏ। ਬਿਲਕੁਲ ਹਾਂਜੀ, ਲੋਟਸ ਆਫ ਵੈਜੀਟੇਬਲਸ, ਦਾਲਾਂ ਹੈਗੀਆਂ, ਦਾਲ ਖਾ ਲਓ, ਤੜਕਾ ਜਾਂ ਕੁਝ ਵੀ ਨਾਲ ਸੈਲਡ ਖਾਓ। ਤੇ ਜੇ ਤੁਸੀਂ ਮੀਟ ਵਗੈਰਾ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ ਚਿਕਨ ਇਜ਼ ਬੈਟਰ ਆਪਸ਼ਨ ਦੈਨ ਲੈਮ ਐਂਡ ਬੀਫ, ਕਿਉਂਕਿ ਉਹ 'ਚ ਫੈਟ ਜ਼ਿਆਦਾ ਹੁੰਦੀ ਹੈ ਤੇ ਚਿਕਨ ਤੋਂ ਵੀ ਜ਼ਿਆਦਾ ਬੈਟਰ ਆਪਸ਼ਨ ਹੋ ਜਾਂਦੀ ਹੈ ਆਪਣੇ ਕੋਲੇ ਜਿਹੜਾ ਪਲਾਂਟ ਬੇਸਡ ਪ੍ਰੋਟੀਨ ਹੈ ਜਿਹਦੇ 'ਚ ਦਾਲਾਂ ਆ ਜਾਂਦੀਆਂ ਨੇ। ਓਕੇ, ਸਾਡੇ ਇੱਕ ਦੇਖਣ ਵਾਲੇ ਹਰਮਿੰਦਰ ਕੌਰ ਨੇ, ਉਹ ਕਹਿੰਦੇ ਇਫ ਵੀ ਹੈਵ ਹਾਈ ਬਲੱਡ ਪ੍ਰੈਸ਼ਰ ਦੇयर ਇਜ਼ ਮੋਰ ਚਾਂਸ ਫॉर ਡਾਇਬੀਟੀਜ਼। ਹਾਈ ਬਲੱਡ ਪ੍ਰੈਸ਼ਰ ਇੱਕ ਡਿਫਰੈਂਟ ਸਿਨੈਰੀਓ ਹੋ ਜਾਂਦਾ ਆ। ਇਹ ਆਪਾਂ ਕਹਿ ਸਕਦੇ ਹਾਂ, ਜਿਵੇਂ ਆਪਾਂ ਡਾਈਟ ਦੀ ਹੁਣੀ ਗੱਲ ਕਰ ਰਹੇ ਸੀ, ਵੈਰੀ ਗੁੱਡ ਪੁਆਇੰਟ ਹਰਮਿੰਦਰ ਨੇ ਨੋਟਿਸ ਕੀਤਾ ਵੀ ਸਾਨੂੰ ਜਿਹੜਾ ਲੂਣ ਹੈ ਉਹ ਵੀ ਘੱਟ ਹੀ ਖਾਣਾ ਚਾਹੀਦਾ ਜੇ ਤੁਹਾਨੂੰ ਡਾਇਬੀਟੀਜ਼ ਹੈ। ਉਪਰਾ ਲੂਣ ਜਿਹੜਾ, ਜੀ ਬਿਲਕੁਲ, ਉਹਦਾ ਰੀਜ਼ਨ ਕੀ ਹੈਗਾ, ਕਿਉਂਕਿ ਤੁਹਾਨੂੰ ਆਲਰੇਡੀ ਡਾਇਬੀਟੀਜ਼ ਦੀ ਸ਼ਿਕਾਇਤ ਅਗਰ ਹੈਗੀ ਹੈ ਤਾਂ ਤੁਹਾਡੀ ਕਿਡਨੀ ਤੇ ਥੋੜਾ ਪ੍ਰੈਸ਼ਰ ਆਲਰੇਡੀ ਪਿਆ ਹੋਇਆ ਹੈ ਤੇ ਜੇ ਤੁਹਾਨੂੰ ਲੂਣ ਜ਼ਿਆਦਾ ਖਾਓਗੇ ਤਾਂ ਬਲੱਡ ਪ੍ਰੈਸ਼ਰ ਹੋਰ ਉੱਪਰ ਜਾਏਗਾ, ਬਲੱਡ ਪ੍ਰੈਸ਼ਰ ਉੱਤੇ ਜਾਏਗਾ ਤਾਂ ਫਿਰ ਕਿਡਨੀ ਤੇ ਹੋਰ ਪ੍ਰੈਸ਼ਰ ਪੈਣਾ। ਇਸ ਕਰਕੇ ਜਿਹੜਾ ਲੂਣ ਹੈ ਉਹਨੂੰ ਥੋੜਾ ਜਿਹਾ ਘੱਟ ਕੀਤਾ ਜਾਵੇ। 1 ਟੀਸਪੂਨ ਜਿਹੜਾ ਸਾਲਟ ਹੈਗਾ ਆ ਉਹ ਸਾਡੇ ਲਈ ਮਤਲਬ 6 ਗ੍ਰਾਮਸ ਜਿਹੜਾ ਉਹ ਰਿਕਮੈਂਡਡ ਹੁੰਦਾ ਹੈ। ਤੇ ਤੁਸੀਂ ਮੰਨੋਗੇ ਨਹੀਂ, ਮੇਰੇ ਬਹੁਤ ਹੀ ਫੇਵਰਿਟ ਪ੍ਰੋਫੈਸਰ ਨੇ, ਪ੍ਰੋਫੈਸਰ ਬਰੂਸ ਐਰਲ, ਉਹ ਹਮੇਸ਼ਾ ਕਹਿੰਦੇ ਨੇ ਕਿ ਜਿਹੜੀ ਇੰਡੀਅਨ ਏਸ਼ੀਅਨ ਡਾਈਟ ਹੈ ਇਹਦੇ ਵਿੱਚ ਅਪਰੋਕਸੀਮੇਟਲੀ 9 ਗ੍ਰਾਮਸ ਆਫ ਸਾਲਟ ਅਸੀਂ ਯੂਜ਼ ਕਰਦੇ ਹਾਂ ਆਮ ਤੌਰ ਤੇ। ਰਿਸਰਚ ਦੇ ਵਿੱਚ ਦੇਖਿਆ ਗਿਆ। ਹੁਣ ਤੁਸੀਂ ਆਪਣੇ ਆਪ ਸੋਚ ਲਓ ਕਿ ਮਤਲਬ ਅਸੀਂ ਡੇਟਾ ਜਿਹੜਾ ਅਮਾਉਂਟ ਹੈ ਪਹਿਲਾਂ ਹੀ ਬਾਈ ਡਿਫਾਲਟ ਸੈੱਟ ਕੀਤਾ ਸਾਡੇ ਕੋਲ, ਮਤਲਬ ਉਹਨੂੰ ਥੋੜਾ ਜਿਹਾ ਘੱਟ ਕਰੀਏ। ਤੇ ਇਹ ਮੈਂ ਜ਼ਰੂਰ ਆਪਣੇ ਪੇਸ਼ੈਂਟਸ ਨੂੰ ਤੇ ਜ਼ੋਰ ਦਿੰਦੀ। ਸੋ ਜਿਹੜਾ ਆਪਾਂ ਉੱਥੇ ਇੰਡੀਆ ਚਾਤ ਪਈ ਸੀ ਵੀ ਢਾਬਿਆਂ 'ਚ ਮੰਜੇ ਤੇ ਫਟਾ ਲਾ ਕੇ ਜਿਹੜਾ ਪਿਆਜ਼ਾਂ ਦੇ ਉੱਤੇ ਸਿਰਕਾ ਪਾ ਕੇ ਉੱਤੇ ਲੂਣ ਭੁੱਕੀਦਾ ਸੀ, ਉਹ ਭੁੱਕਣਾ ਬੰਦ ਕਰੀਏ। ਉਹ ਬੰਦ ਕਰੋ। ਨਮਕ, ਨਿੰਬੂ ਪਾ ਲਓ ਉਹਦੇ ਤੇ, ਲੈਮਨ ਪਾ ਲਓ, ਨਿੰਬੂ ਪਾ ਲਓ, ਥੋੜਾ ਖੱਟਾ ਟੇਸਟ ਆਏਗਾ, ਥੋੜਾ ਟੇਸਟ ਮਤਲਬ ਤੁਹਾਨੂੰ ਇੰਨਾ ਬੁਰਾ ਨਹੀਂ ਲੱਗੇਗਾ, ਈਜ਼ੀ ਡਾਈਜੈਸਟ ਵੀ ਹੋ ਜਾਊਗਾ, ਪਲੱਸ ਤੁਹਾਨੂੰ ਟੇਸਟ ਵੀ ਫਿਰ ਇੰਨਾ ਨਹੀਂ ਲੱਗੂਗਾ। ਤੁਸੀਂ ਉਹਨੂੰ ਸਬਸਟੀਟਿਊਟ ਕਰੋ। ਸੋ ਅੱਜ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰਦੇ ਆਪਾਂ, ਕਿਉਂਕਿ ਗੁਰਜੀਤ ਹੋਣੀ ਸਾਡੇ ਕੋਲ ਆਏ ਹੋਏ ਸੀ। ਆਪਾਂ ਡਾਇਬੀਟੀਜ਼ ਦੀ ਗੱਲ ਤਾਂ ਕੀਤੀ ਨਾਲ ਮੈਂ ਸੁਚੇਤ ਰੂਪ ਦੇ ਵਿੱਚ ਜਿਹੜਾ ਸਾਡਾ ਖਾਣ ਪੀਣ ਆ ਦੋਸਤੋ, ਸਮੇਤ ਮੈਂ ਵੀ ਵਿੱਚ ਹੀ ਆ, ਸਾਡਾ ਜਿਹੜਾ ਖਾਣ ਪੀਣ ਆ ਉਹਦੀਆਂ ਬਹੁਤ ਸਾਰੀਆਂ ਆਦਤਾਂ ਜਿਹੜੀਆਂ ਉਹ ਬਦਲਣ ਦੀ ਜ਼ਰੂਰਤ ਆ। ਤੇ ਬਦਲਾਅ ਉਹੀ ਹੁੰਦਾ ਜਿਹੜਾ ਕੱਲ ਤੋਂ ਨਹੀਂ ਅੱਜ ਤੋਂ ਕੀਤਾ ਜਾਵੇ। ਸੋ ਇਹ ਮੰਨ ਕੇ ਚੱਲੀਏ ਆਪਾਂ, ਜੇ ਗੁਰਜੀਤ ਹੋਣੀ ਆਪਣਾ ਸਮਾਂ ਆਪਣੀ ਕੌਮ ਨੂੰ, ਆਪਣੇ ਲੋਕਾਂ ਨੂੰ, ਆਪਣੇ ਕਮਿਊਨਿਟੀ ਨੂੰ ਦੇ ਰਹੇ ਆ ਔਰ ਸਰਲ ਭਾਸ਼ਾ ਦੇ ਵਿੱਚ ਆਪਣੀ ਜ਼ੁਬਾਨ ਦੇ ਵਿੱਚ ਆਪਣੀ ਗੱਲ ਕਰ ਰਹੇ ਆ,
ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਕੰਨ ਕਰਕੇ ਇਹਨਾਂ ਨੂੰ ਸੁਣੀਏ ਤੇ ਮਨ ਕਰਕੇ ਇਹਨਾਂ ਨੂੰ ਜਾਣੀਏ। ਸੋ ਗੁਰਜੀਤ ਜੀ, ਆਖਰ ਦੇ ਵਿੱਚ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਕੋਈ ਹੋਰ ਮਿੱਠਾ ਜਾਂ ਕੌੜਾ ਸੁਨੇਹਾ ਦੇਣਾ ਹੋਵੇ ਜਿਹਨਾਂ ਉਹ ਮੇਰੇ ਵਾਂਗੂ ਗਾਂਹ ਤੋਂ ਬੰਦੇ ਵੰਡਣ ਖਾਣ ਪੀਣ ਦੇ ਮਾਮਲੇ 'ਚ ਜੀ ਤੇ ਸ਼ੂਗਰ ਤੋਂ ਬਚਾਅ ਹੋ ਜਾਏ ਉਹਨਾਂ ਦਾ, ਜੀ। ਇਦਾਂ ਦਾ ਗੁਰਮੰਤਰ ਫੇਰ ਦਿਓ ਇੱਕ। ਦੇਖੋ, ਜਿਹੜੀ ਸ਼ੂਗਰ ਹੈਗੀ ਆ, ਇੱਕ ਜੇ ਆਪਾਂ ਨਟਸ਼ੈਲ ਦੇ ਵਿੱਚ ਗੱਲ ਕਰੀਏ, 3 ਚੀਜ਼ਾਂ ਨੇ, ਤੁਹਾਡੀ ਡਾਈਟ, ਤੁਹਾਡੀ ਫਿਜ਼ੀਕਲ ਐਕਟੀਵਿਟੀ ਤੇ ਤੁਹਾਡੀ ਮੈਡੀਕੇਸ਼ਨ। ਡਾਈਟ ਦੇ ਬਾਰੇ 'ਚ ਮੇਰੇ ਖਿਆਲ 'ਚ ਭਾਜੀ ਆਪਾਂ ਨੇ ਆਲਰੇਡੀ ਬਹੁਤ ਡਿਸਕਸ ਕਰ ਲਿਆ। ਯੈਸ ਤੇ ਇੱਕ ਚੀਜ਼ ਮੈਂ ਜ਼ਰੂਰ ਐਡ ਕਰੂੰਗੀ, ਜਿਵੇਂ ਤੁਸੀਂ ਬੱਚਿਆਂ ਦਾ ਕਿਹਾ ਸੀ ਕਿ ਬੱਚਿਆਂ 'ਚ ਮੋਟਾਪਾ ਜਿਹੜਾ ਬਹੁਤ ਆ ਰਿਹਾ ਹੈ, ਚਾਈਲਡਹੁੱਡ ਓਬੈਸਿਟੀ ਨਿਊਜ਼ੀਲੈਂਡ ਦੇ ਵਿੱਚ ਰਾਈਜ਼ਿੰਗ ਜਿਹੜਾ sitting issue on ਹੈ। the couch and ਜੀ। playing video ਜੀ games। ਬਿਲਕੁਲ। ਤੇ ਜਿਵੇਂ ਅਸੀਂ ਜੀਏ ਆ ਜਾਂ ਜਿਵੇਂ ਸਾਡੇ ਪੈਰੈਂਟਸ ਨੇ ਸਾਨੂੰ, ਉਹ ਜਦੋਂ ਪਹਿਲੇ ਹੁੰਦਾ ਸੀ ਨਾ, ਉਹ ਕਹਿੰਦੇ ਸੀ ਬੱਚਿਆਂ ਨੂੰ ਸਭ ਹਜਮ ਹੋ ਜਾਂਦਾ ਹੈ। ਵੈਸੇ ਅਸੀਂ ਵੀ ਉਹ concept ਸਾਡੇ ਨਾਲ ਲੈ ਕੇ ਪੇਰੈਂਟਸ ਨੇ ਚੱਲੇ। ਉਦਾਂ ਵੀ ਜੁੱਤੀ ਦੀ ਨੋਕ ਤੇ ਰੱਖਿਆ। ਬਿਲਕੁਲ, ਹਾਂਜੀ। ਇੱਥੇ ਅਗਲਾ ਕਹਿੰਦਾ ਐਂਟੀ ਸਮੈਕਿੰਗ ਬਿੱਲ ਆ ਗਿਆ, ਤੁਸੀਂ ਹੱਥ ਲਾ ਕੇ ਦਿਖਾਓ। ਜੀ ਬਿਲਕੁਲ ਬਿਲਕੁਲ ਹਮ। ਬਿਲਕੁਲ। ਤੇ ਓਬਵੀਅਸਲੀ ਤੇ ਉਹ ਜਿਹੜੀ ਚੀਜ਼ ਹੈ, ਬੱਚਿਆਂ ਦੇ ਮੋਟਾਪੇ ਵੱਲ ਅਸੀਂ ਥੋੜਾ ਧਿਆਨ ਦੇਈਏ ਕਿ ਉਸ ਚੀਜ਼ ਨੂੰ, ਕਿਉਂਕਿ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਇੱਥੇ ਘੱਟ ਹੈਗੀ ਆ, ਉਹਨੂੰ ਆਪਾਂ ਐਨਕਰੇਜ ਕਰੀਏ। ਤੇ ਦੂਸਰੀ ਚੀਜ਼ ਆਪਾਂ ਦੇਖਦੇ ਹਾਂ ਫਿਜ਼ੀਕਲ ਐਕਟੀਵਿਟੀ। ਸਾਰਿਆਂ ਨੂੰ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ 5 ਦਿਨ ਹਫਤੇ ਦੇ ਵਿੱਚ ਤੇ 30 ਮਿੰਟਸ ਐਵਰੀ ਡੇ, ਅੱਧਾ ਘੰਟਾ ਐਵਰੀ ਡੇ ਸਾਨੂੰ ਫਿਜ਼ੀਕਲੀ ਐਕਟਿਵ ਹੋਣ ਦੀ ਲੋੜ ਹੈ। ਵੈਲ ਸੈਡ। ਉਹ ਕੁਝ ਵੀ ਹੋ ਸਕਦਾ ਹੈ। ਦੇਖੋ, ਤੁਸੀਂ ਆਪਣੇ ਗਾਰਡਨਿੰਗ 'ਚ ਕੰਮ ਕਰ ਰਹੇ ਹੋ, ਤੁਸੀਂ ਆਪਣੇ ਡਰਾਈਵ ਵਿੱਚ ਘੁੰਮ ਰਹੇ ਹੋ, ਕੁਝ ਵੀ ਕਰੋ, ਉਹਦੇ ਵਿੱਚ ਤੁਹਾਨੂੰ ਬਹੁਤ ਮੋਟੀਵੇਸ਼ਨ ਮਤਲਬ ਜਦੋਂ ਬਾਰਿਸ਼ ਹੋ ਰਹੀ ਹੈ ਤੁਸੀਂ ਉਸ ਲਈ ਜਿਹੜੀ ਸਾਈਕਲਿੰਗ ਵਗੈਰਾ ਜੀ। ਜਾਂ ਜਿਹੜੀ ਘਰ ਦੇ ਅੰਦਰ ਟ੍ਰੇਡਮਿਲ ਪਈ ਆ, ਮੇਰੇ ਵਰਗਿਆਂ ਤਾਂ ਉੱਤੇ ਤੌਲੀਆ ਸੁੱਕਣਾ ਪਾਇਆ ਵੈਸੇ, ਪਰ ਜਦੋਂ ਮੀਂਹ ਆ ਜਾਵੇ ਉਦੋਂ ਨੂੰ ਤੌਲੀਆ ਚੱਕ ਕੇ ਤਾਂ ਟ੍ਰੇਡਮਿਲ ਦੇ ਉੱਤੇ ਭੱਜ ਲੈਣਾ ਚਾਹੀਦਾ, ਨਾਲੇ ਟੀਵੀ ਦੇ ਉੱਤੇ ਆਪਣੇ ਮਨਪਸੰਦ ਸੀਰੀਅਲ ਸੁਣੋ। ਜੀ ਬਿਲਕੁਲ। ਜੀ ਤੁਸੀਂ ਆਪਣੇ ਡਰਾਈਵ ਵਿੱਚ ਤੁਰ ਲਓ, ਛਤਰੀ ਚੱਕੋ, ਡਰਾਈਵ ਵਿੱਚ ਤੁਰ ਲਓ, ਮੋਟੀਵੇਸ਼ਨ ਦੀ ਲੋੜ ਹੈ। ਤੇ ਇਹਦੇ ਵਿੱਚ ਮੈਂ ਇੰਪੋਰਟੈਂਟ ਚੀਜ਼ ਦੇਖੋ, ਫਿਟਬਿਟਸ ਨੇ, ਐਪਲ ਵਾਚਸ ਨੇ ਸਾਡੇ ਸਾਰੇ ਕੋਲ, ਕਾਫੀ ਸਾਡੇ ਬਜ਼ੁਰਗ ਵੀ ਨੇ ਜਿਹੜੇ ਮੈਂ ਦੇਖਦੀ ਉਹਨਾਂ ਕੋਲ ਸਮਾਰਟਫੋਨਸ ਨੇ ਅੱਜ ਕੱਲ੍ਹ। ਤੇ ਤੁਹਾਡੇ ਹਰ ਸਮਾਰਟਫੋਨਸ ਦੇ ਵਿੱਚ ਹਾਰਟ ਵਾਲਾ ਜਿਹੜਾ ਇੱਕ ਇਸ਼ੂ ਹੁੰਦਾ, ਜਿਹਦੇ 'ਚ ਤੁਸੀਂ ਦੇਖ ਸਕਦੇ ਹੋ ਮੈਂ ਕਿੰਨਾ ਤੁਰਿਆ। ਤੁਸੀਂ ਕੋਸ਼ਿਸ਼ ਕਰੋ ਵੀ ਮੈਂ ਰੋਜ਼ ਦਾ 10,000 ਸਟੈਪ ਜਿਹੜਾ ਉਹ ਕਰਨਾ ਹੈ। ਵੈਰੀ ਗੁੱਡ। ਜੇ ਤੁਸੀਂ ਉਹ ਨਹੀਂ ਕੀਤਾ, ਤੁਹਾਨੂੰ ਪਤਾ ਕਿ ਮੇਰਾ ਡਿਨਰ ਹੋ ਗਿਆ, ਅੱਛਾ ਮੇਰਾ ਅੱਜ ਸਿਰਫ 8,000 ਸਟੈਪ ਹੋਇਆ, ਗੈਟ ਆਊਟ ਐਂਡ ਵਾਕ। ਅੱਛਾ, ਨੋ ਡਾਊਟ ਮੈਂ ਆਪਣੇ ਜਿਹੜੇ ਦੇਖਣ ਵਾਲੇ ਦਰਸ਼ਕ ਆ ਤੇ ਸੁਣਨ ਵਾਲੇ ਸਰੋਤੇ ਆ, ਉਹਨਾਂ ਦਾ ਇਹ ਕਹਿ ਕੇ ਹੌਸਲਾ ਵੀ ਵਧਾਉਣਾ ਚਾਹੂੰਗਾ। ਮੇਰੇ ਦੇਖਦਿਆਂ ਮੁਲਕ ਦੇ ਵਿੱਚ ਆਇਆ ਮੈਨੂੰ ਲਗਭਗ 20 ਸਾਲ ਹੋ ਗਏ, ਉਸ ਤੋਂ ਪਹਿਲਾਂ 5 ਸਾਲ ਆਸਟ੍ਰੇਲੀਆ ਸੀ। ਮੇਰੇ ਦੇਖਦਿਆਂ ਹੁਣ ਸਾਡੀ ਕਮਿਊਨਿਟੀ ਦੇ ਵਿੱਚ ਲੋਕ ਕਾਫੀ ਤਬਦੀਲ ਹੋਏ ਆ। ਜੀ ਪਹਿਲਾਂ ਨਾਲੋਂ ਉਹਨਾਂ ਨੇ ਆਪਣੀਆਂ ਆਦਤਾਂ ਕਾਫੀ ਤਬਦੀਲ ਕੀਤੀਆਂ। ਉਹ ਹੁਣ ਸਵੇਰੇ ਇਸ ਵਕਤ 'ਤੇ ਉੱਠ ਕੇ ਪਹਿਲਾਂ ਸੈਰ ਕਰਨ ਜਾਂਦੇ ਆ, ਦਿਨੇ ਜਦੋਂ ਸਮਾਂ ਮਿਲਦਾ, ਭਾਵੇਂ ਗਰਮ ਪਾਣੀ 'ਚ ਬਹਿਣ ਦੇ ਬਹਾਨੇ ਸੀ ਲੇਕਿਨ ਸਵਿਮਿੰਗ ਪੂਲ ਜਾਂਦੇ ਆ। ਔਰ ਕੁਛ ਇੱਕ ਸਾਡੀਆਂ ਭੈਣਾਂ ਭਰਜਾਈਆਂ ਨੇ ਤੈਰਾਕੀ ਕਰਨੀ ਵੀ ਸਿੱਖੀ ਆ। ਸੋ ਅਸੀਂ ਇਨਕਰੇਜ ਕਰਾਂਗੇ। ਅਸੀਂ ਪਿਛਲੇ ਸਾਲ ਗੁਰਜੀਤ ਇੱਕ ਰੇਡੀਓ ਸਪਾਈਸ ਵੱਲੋਂ ਕੈਂਪੇਨ ਕੀਤਾ ਸੀ ਆਕਲੈਂਡ ਸਿਟੀ ਕੌਂਸਲ ਨਾਲ ਰਲ ਕੇ, ਜਿਹਦੇ ਵਿੱਚ ਅਸੀਂ 20 ਦੇ ਕਰੀਬ ਆਪਣੇ ਜਿਹੜੇ ਭਾਈਚਾਰੇ ਦੇ ਲੋਕ ਸੀ ਉਹਨਾਂ ਨੂੰ ਮੁਫਤ ਤੈਰਾਕੀ ਸਿੱਖਣ ਦੀ ਜਿਹੜੀ ਪ੍ਰੋਵੀਜ਼ਨ ਆ ਉਹ ਲੈ ਕੇ ਦਿੱਤੀ ਸੀ। ਸੋ ਤੁਹਾਡੀ ਇਸ ਗੱਲਬਾਤ ਤੋਂ ਬਾਅਦ ਮੈਂ ਕਾਫੀ ਇੰਸਪਾਇਰ ਹਾਂ ਤੇ ਅਸੀਂ ਰੇਡੀਓ ਸਪਾਈਸ ਵੱਲੋਂ ਕੋਸ਼ਿਸ਼ ਕਰਦੇ ਹਾਂ ਕਿ ਆਕਲੈਂਡ ਸਿਟੀ ਕੌਂਸਲ ਦੇ ਸਹਿਯੋਗ ਦੇ ਨਾਲ ਓਟਾਰਾ ਤੇ ਪਾਪਾਟੋਇਟੇ ਪੂਲਸ ਦੇ ਵਿੱਚ ਆਪਣੀਆਂ ਭੈਣਾਂ ਭਰਜਾਈਆਂ ਦੇ ਲਈ, ਕਿਉਂਕਿ ਸਾਡੇ ਸੱਭਿਆਚਾਰ ਦੇ ਵਿੱਚ ਪਰਦਾਪੋਸ਼ੀ ਵੀ ਆ, ਸੋ ਲੇਡੀਜ਼ ਓਨਲੀ ਇਦਾਂ ਦਾ ਕੁਝ ਜਿਹੜਾ ਗਰੁੱਪ ਆ ਉਹ ਕ੍ਰੀਏਟ ਕਰਕੇ ਤਾਂ ਇਹ ਵੀ ਕੀਤਾ ਜਾਵੇ। ਇਹਦੇ ਨਾਲ ਜਿਹੜੀ ਇਦਾਂ ਦੀਆਂ ਬਿਮਾਰੀਆਂ ਘੱਟੋ ਘੱਟ ਇਹਨਾਂ ਤੋਂ ਸਿੱਧਾ ਬਚਾ। ਬਿਲਕੁਲ, ਹਾਂਜੀ। ਜਿਹੜੀ ਤੁਸੀਂ 30 ਮਿੰਟਸ ਮਿਨੀਮਮ ਐਕਟੀਵਿਟੀ ਕੀ ਮੋਟੀਵੇਟਡ ਅਸੀਂ ਜਿੰਨੇ ਰਵਾਂਗੇ, ਜਿੰਨੇ ਸਾਨੂੰ ਮਤਲਬ ਡਾਊਨ ਫੀਲ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੈ ਕਿ ਹਾਂ ਮੈਨੂੰ ਕਿਉਂ ਇਹ ਹੈਗਾ। ਤੁਸੀਂ ਰਿਵਰਸ ਕਰੋ ਇਸ ਚੀਜ਼ ਨੂੰ। ਜੇ ਤੁਸੀਂ ਐਕਟੀਵਿਟੀ, ਜਿਵੇਂ ਮੈਂ ਕਹਿ ਰਹੀ ਹਾਂ, ਮੇਰੇ ਪੇਸ਼ੈਂਟ ਨੇ 27 ਕਿਲੋ weight lose ਕੀਤਾ, ਉਹਨਾਂ ਨੇ ਜਿਹੜਾ ਪ੍ਰੀ ਡਾਇਬੀਟੀਜ਼ ਤੋਂ ਜਾਂ ਡਾਇਬੀਟੀਜ਼ ਤੋਂ ਤੁਸੀਂ ਅਗਲੀ ਵਾਰ ਨਾਲ ਲੈ ਕੇ ਆਓ। ਬਿਲਕੁਲ ਜੀ। ਤੇ ਆਬਵੀਅਸਲੀ ਇਹਨਾਂ ਚੀਜ਼ਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਵੀ ਆਪਾਂ ਢੇਰੀ ਢਾਕੇ ਨਹੀਂ ਬੈਠ ਜਾਣਾ। ਜੇ ਤੁਹਾਨੂੰ ਡਾਇਬੀਟੀਜ਼ ਹੈਗੀ ਹੈ ਤਾਂ ਤੁਸੀਂ ਲੈਟਸ ਗੈਟ ਮੋਟੀਵੇਟਡ, ਫਰੈਂਡਸ ਬਣਾਓ। ਬ੍ਰਿਲੀਅੰਟ। ਤੇ ਜਿਹੜੀ ਮੋਟੀਵੇਸ਼ਨ ਆ, ਸੋਸ਼ਲਾਈਜ਼ ਕਰੋ। ਜੇ ਤੁਹਾਨੂੰ ਆਪਣੇ ਆਪ ਨੂੰ ਲੱਗ ਰਿਹਾ ਕਿ ਮੈਂ ਇਕੱਲਾ ਨਹੀਂ ਜਾ ਰਿਹਾ ਵਾਕ ਤੇ, ਲੈਟਸ ਗੈਟ ਟੂਗੇਦਰ, ਫਰੈਂਡਸ ਬਣਾਓ ਆਪਣੇ, ਇਕੱਠੇ ਹੋ ਕੇ ਜਾਓ। ਜੇ 2 ਆਂਟੀਆਂ ਖੜੀਆਂ, ਉਹਨਾਂ ਨੂੰ ਕਹੋ ਵੀ ਚਲੋ ਗੱਲਾਂ ਬਾਤਾਂ ਵੀ ਕਰਦੇ ਆ ਤੇ ਨਾਲ ਦੇ ਨਾਲ ਵਾਕ ਵੀ ਕਰਦੇ ਆ, ਚੁਗਲੀਆਂ ਵੀ ਕਰਦੇ ਆ। ਬਿਲਕੁਲ, ਹਾਂਜੀ, ਨਾਲ ਦੇ ਨਾਲ ਸਾਰੇ ਕੰਮ ਜਿਹੜੇ ਉਹ ਹੋਣੇ ਚਾਹੀਦੇ। ਅੱਛਾ, ਰਣਜੀਤ ਹੋਣੀ ਕਹਿੰਦੇ ਵਾਟ ਅਬਾਊਟ ਮਿਲਕ ਫੈਟ ਫ੍ਰੀ ਔਰ ਨਾਰਮਲ? ਹੁਣ ਦੁੱਧ ਵੀ ਜਿਹੜਾ ਉਹ ਪੁਣ ਕੇ ਪੀਣਾ ਬਹੁਤ ਅੱਛਾ ਕੁਐਸਚਨ ਇਹਨਾਂ ਨੇ ਕੀਤਾ। ਇਨਫੈਕਟ ਮੈਂ ਦਹੀਂ ਦੀ ਗੱਲ ਕਰ ਰਹੀ ਸੀ। ਮੈਂ ਜਿਹੜੇ ਸਾਡੇ ਵਰਗੇ ਕਾੜ ਕੇ ਖੋਆ ਮਾਰ ਕੇ ਪੀਂਦੇ ਰਹੇ ਉਹਨਾਂ ਨੂੰ ਰੋਕਣਾ ਪਊਗਾ। ਜੀ ਬਿਲਕੁਲ, ਥੋੜਾ ਜਿਹਾ ਪਰਹੇਜ਼ ਆਪਾਂ ਇਹਨਾਂ ਚੀਜ਼ਾਂ ਤੋਂ ਕਰੀਏ, ਸਾਡੇ ਲਈ ਬਿਹਤਰ ਆ। ਬਿਹਤਰ ਹੈ। ਬਹੁਤ ਸ਼ਰਾਰਤੀ ਜਿਹਾ ਸੁਭਾਅ ਦਾ ਮਿੱਤਰ ਆ, ਬਹੁਤ ਸੋਹਣਾ ਜਿਹਾ ਅਸਰਦਾਰ ਜਿਹਾ ਸਰਦਾਰ ਆ ਹਰਮਨਪ੍ਰੀਤ ਸਿੰਘ ਜੀ। ਉਹ ਕਈ ਸਾਰੇ ਠੰਡੇ ਮਿੱਠੇ ਜਿਹੇ ਸਵਾਲ ਪੁੱਛ ਲਏ ਉਹਨੇ, ਉਹਦੀ ਗੱਲ ਵੀ ਬਾਅਦ ਚ ਕਰਾਂਗੇ। ਹੁਣ ਦੁੱਧ ਦੱਸੋ ਵੀ ਹੁਣ ਪੁਣ ਕੇ ਪੀਏ? ਨਹੀਂ, ਦੇਖੋ ਜਿਵੇਂ ਜਿਹੜਾ ਤੁਸੀਂ ਪਰਹੇਜ਼ ਆ ਉਹ ਕਿਸ ਚੀਜ਼ ਤੋਂ ਕਰਨਾ, ਜਿਹੜਾ ਫੁੱਲ ਫੈਟ ਆ ਉਹਨੂੰ ਅਵੋਇਡ ਕਰੋ। ਜਿਵੇਂ ਜਦੋਂ ਅਸੀਂ ਦਹੀਂ ਵੀ ਜਮਾਨੇ ਆ, ਜ਼ਿਆਦਾਤਰ ਮੈਂ ਦੇਖਦੀ ਆ ਕਿ ਜਿਹੜਾ ਦਹੀਂ ਵੀ ਜਮਾਇਆ ਜਾਂਦਾ ਘਰਾਂ ਦੇ ਵਿੱਚ, ਗਾੜੇ ਦਹੀਂ ਦਾ ਜਿਹੜਾ ਦੁੱਧ ਉਹਦੀ ਤੁਹਾਨੂੰ ਲੋੜ ਨਹੀਂ ਹੈਗੀ। ਠੀਕ ਹੈ, ਤੁਹਾਡਾ ਕੋਲੇਸਟ੍ਰੋਲ ਜਿਹੜਾ ਉਹ ਬੜੇ ਅੱਛੇ ਲੈਵਲ ਤੇ ਹੋਣਾ ਚਾਹੀਦਾ ਹੈ, ਤਾਂ ਕਿ ਦੇਖੋ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਨਾ ਹਾਰਟ ਅਟੈਕ ਦਾ ਰਿਸਕ, ਸਟ੍ਰੋਕ ਦਾ ਰਿਸਕ। ਹੁਣ ਜਿਹੜੀ ਮਿਨਿਸਟਰੀ ਉਹ ਕਿਉਂ ਇਸ ਚੀਜ਼ ਤੇ ਇੰਨਾ ਜ਼ਿਆਦਾ ਰੌਲਾ ਪਾਉਂਦੀ ਹੈ? ਕਿਉਂਕਿ ਜਿਹੜੇ ਅਸੀਂ ਇੰਡੀਅਨਸ ਆ, ਸਾਨੂੰ ਸੇਮ BMI ਤੇ ਵੀ ਡਾਇਬੀਟੀਜ਼ ਦੇ ਚਾਂਸਸ ਜ਼ਿਆਦਾ ਨੇ, ਕਿਉਂਕਿ ਸਾਨੂੰ ਟਰੰਕਲ ਓਬੈਸਿਟੀ ਹੈ, ਪੇਟ ਦਾ ਮੋਟਾਪਾ। ਪੇਟ ਦੇ ਮੋਟਾਪੇ ਨੂੰ ਟਾਰਗੇਟ ਜੇ ਕਰਨਾ ਤਾਂ ਫੈਟ ਤੋਂ ਸਾਨੂੰ ਥੋੜਾ ਪਰਹੇਜ਼ ਕਰਨਾ ਪਏਗਾ,
ਕਿਉਂਕਿ ਉਹ ਜਿਹੜਾ ਮੋਟਾਪਾ ਹੈ ਉਹਨੇ ਹੀ ਤੁਹਾਡੇ ਇਨਸੂਲਿਨ ਸੈੱਲ ਸੁਲਾਣੇ ਹੈ। ਜੀ ਤੇ ਜੇ ਤੁਸੀਂ ਵਾਕ ਕਰੋਗੇ ਤੇ ਇਹ ਰਿਸਰਚ ਸ਼ੋ ਕਰਦੀ ਹੈ ਕਿ ਤੁਹਾਡੀ ਐਕਸਰਸਾਈਜ਼ ਦੇ ਨਾਲ ਬੀਟਾ ਸੈਲਸ ਜਾਗਦੇ ਆ ਦੁਬਾਰਾ ਤੋਂ। ਸੋ ਲੈਟਸ ਵੇਕ them up। ਬਿਲਕੁਲ ਜਿਹੜੇ ਇਨਸੂਲਿਨ ਬੀਟਾ ਸੈਲਸ ਨੇ ਉਹਨਾਂ ਨੂੰ ਟਾਰਗੇਟ ਕਰਨਾ ਸੀ। ਇਸੇ ਤਰ੍ਹਾਂ ਹੀ ਆਈ ਥਿੰਕ 2-3 ਜਣਿਆਂ ਨੇ ਤੁਹਾਨੂੰ ਇਹ ਕੁਐਸਚਨ ਪੁੱਛਿਆ ਕਿ ਆਪਾਂ ਕਿਵੇਂ ਰਿਵਰਸ ਕਰਨਾ। ਜੀ ਰਿਵਰਸ ਕਰਨ ਲਈ ਸਾਨੂੰ ਬੀਟਾ ਸੈਲਸ ਜਗਾਉਣੇ ਪੈਣਗੇ ਤੇ ਜਗਾਉਣ ਦੇ ਲਈ ਸਾਨੂੰ ਵੀ ਹੈਵ ਟੂ ਗੈਟ ਅਪ ਐਂਡ ਕੀਪ ਗੋਇੰਗ। Thank you very much, Gurjeet, for your precious information, whatever you have given or share with us tonight. 1/4 ਹਿੱਸਾ, ਚੌਥਾ ਹਿੱਸਾ ਪ੍ਰੋਟੀਨਸ ਛਕਣੇ ਜੀ ਤੁਸੀਂ, ਚੌਥਾ ਹਿੱਸਾ ਕਾਰਬੋਹਾਈਡਰੇਟਸ ਜਿਹੜੇ ਉਹ ਵੀ ਮਨਜ਼ੂਰ ਆ ਬੀਬੀ ਹੁਣੀ ਕਹਿੰਦੇ, ਤੇ ਅੱਧਾ ਜਿਹੜਾ ਤੁਹਾਡੇ ਭੋਜਨ ਦਾ ਹਿੱਸਾ ਉਹ ਸਬਜ਼ੀਆਂ ਹੋਣੀਆਂ ਚਾਹੀਦੀਆਂ। ਬਰੋਕਲੀ ਜਿਹੜੀ ਆ ਜੇ ਤੁਹਾਨੂੰ ਉਦਾਂ ਨਹੀਂ ਨਾ ਚੰਗੀ ਲੱਗਦੀ, ਮਾੜੀ ਜੀ ਭੁੰਨ ਕੇ ਤੇ ਹਲਕਾ ਜਿਹਾ ਲੂਣ ਪਾ ਕੇ ਉਹਨੂੰ ਸਵਾਦ ਆਪਣੇ ਮੁਤਾਬਕ ਬਣਾ ਲਓ, ਕਿਉਂਕਿ ਆਪਾਂ ਸਵਾਦਾਂ ਦੇ ਪੱਟਿਆਂ ਨਹੀਂ ਇੰਨੀਆਂ ਬਿਮਾਰੀਆਂ ਲਵਾ ਲਈਆਂ। ਹੁਣ ਆਪਾਂ ਬੰਦੇ ਬਣ ਜਾਈਏ, ਕਿਉਂਕਿ ਕਾਫੀ ਹੋ ਗਿਆ, ਹੁਣ ਬੋਝ ਬਹੁਤ ਪੈ ਗਿਆ ਮੁਲਕ ਦੇ ਉੱਤੇ। ਤੇ ਤੁਸੀਂ ਮੰਨਣਾ ਝੂਠ, ਅਸਲ ਦੇ ਵਿੱਚ ਬੀਬੀਆਂ ਜਿਹੜੀਆਂ ਇਮੀਗ੍ਰੇਸ਼ਨ ਨੀਤੀਆਂ ਬਣਾਉਂਦੀਆਂ ਨਾ, ਆਂਟੀ ਸ਼ਿੰਦੀ ਵਰਗੀਆਂ, ਉਹ ਵੀ ਇਸ ਗੱਲ ਨੂੰ ਕਿਤੇ ਨਾ ਕਿਤੇ ਬਿਹਾਈਂਡ ਦਾ ਸੀਨ ਕੰਸੀਡਰ ਕਰਦੀਆਂ ਵੀ ਇਹ ਬੰਦੇ ਭਾਈ ਸਿਹਤ ਸੰਬੰਧੀ ਸੇਵਾਵਾਂ ਦੇ ਉੱਤੇ ਬੋਝ ਤਾਂ ਨਹੀਂ ਬਣ ਗਏ। ਤੇ ਇਹ ਜਿਹੜੀਆਂ ਨੀਤੀਆਂ ਨਰਮ ਰਹਿਣ, ਇਸ ਕਰਕੇ ਆਪਣੇ ਆਪ ਨੂੰ ਆਪਾਂ ਫਿੱਟ ਰੱਖੀਏ। ਮੈਂ ਵੈਸੇ ਸਿੱਧੀ ਪੰਜਾਬੀ 'ਚ ਪੇਂਡੂ ਪੰਜਾਬੀ ਸਮਝਾ ਰਿਹਾ, ਇਹਨੂੰ ਉਪਦੇਸ਼ ਨਾ ਕਰਕੇ ਜਾਣਿਓ, ਇਹਨੂੰ ਦੋਹਾਂ ਹੱਥਾਂ ਨਾਲ ਇੱਦਾਂ ਬੇਨਤੀ ਜਿਹੜੀ ਕਰੀਦੀ ਆ ਉਹ ਕਰਕੇ ਜਾਣਿਓ। ਸੋ ਗੁਰਜੀਤ ਜੀ ਤੁਸੀਂ ਸਟੂਡੀਓ 'ਚ ਆਏ ਔਰ ਬੜੀ ਸਰਲ ਭਾਸ਼ਾ ਦੇ ਵਿੱਚ ਸਾਡੇ ਸਾਰੇ ਹੀ ਪਿਆਰਿਆਂ ਦੇ ਨਾਲ, ਅਲੱਗ-ਅਲੱਗ ਉਮਰ ਦੇ ਵਰਗ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਬਹੁਤ ਵਧੀਆ ਢੰਗ ਦੇ ਨਾਲ ਤੁਸੀਂ ਇਹ ਗੱਲਾਂ ਸਾਂਝੀਆਂ ਕੀਤੀਆਂ। ਸੋ ਮੈਂ ਉਮੀਦ ਕਰਦਾ ਹਾਂ ਕਿ ਸਾਡੀ ਪਲੇਟ ਦਾ ਸਾਈਜ਼ ਜਿਹੜਾ ਇਹ ਰਹਿ ਜਾਊਗਾ, ਪਰ ਲੇਕਿਨ ਫਿਰ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਜੀਤ ਉਹਨਾਂ ਨੂੰ ਦੁਬਾਰਾ ਤੁਹਾਡੇ ਰੂਬਰੂ ਜ਼ਰੂਰ ਕਰਾਂਗੇ। ਤੇ ਜਿਵੇਂ ਗੁਰਜੀਤ ਉਹਨਾਂ ਨੇ ਵੱਖ-ਵੱਖ ਜਿਹੜੀਆਂ ਪਰਫੈਕਟ ਐਗਜ਼ਾਮਪਲਸ ਨੇ ਨਾਲ ਡੈਮੋਨਸਟ੍ਰੇਟ ਕਰਕੇ ਦੱਸਿਆ, ਮੈਂ ਉਮੀਦ ਕਰਦਾ ਹਾਂ ਕਿ ਇਹ ਜਿਹੜੀਆਂ ਆਡੀਓ ਵਿਜ਼ੂਅਲ ਚੀਜ਼ਾਂ ਨੇ ਇਹਨਾਂ ਦਾ ਮਨ ਦੇ ਉੱਤੇ ਜ਼ਰੂਰ ਪ੍ਰਭਾਵ ਪਵੇਗਾ। ਤੇ ਆਪਾਂ ਕੱਲ੍ਹ ਤੋਂ ਹੀ ਨਹੀਂ ਬਲਕਿ ਅੱਜ ਤੋਂ ਹੀ ਇਹ ਜਿਹੜੀ ਗੱਲਬਾਤ ਹੈ ਇਸ ਦੇ ਉੱਤੇ ਅਸਰ ਕਰਨੀ ਸ਼ੁਰੂ ਕਰਾਂਗੇ। ਗੁਰਜੀਤ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਰੇਡੀਓ ਸਪਾਈਸਿਸ ਸਟੂਡੀਓ ਦੇ ਵਿੱਚ ਚੱਲ ਕੇ ਆਉਣ ਦੇ ਲਈ ਔਰ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਣ ਦੇ ਲਈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਪੂਰੀ ਉਮੀਦ ਹੈ ਕਿ ਇਸੇ ਤਰ੍ਹਾਂ ਦੇ ਵੱਖ-ਵੱਖ ਜਿਹੜੇ ਵਿਸ਼ੇ ਨੇ ਜਿਨ੍ਹਾਂ ਉੱਤੇ ਚਰਚਾ ਹੋਣੀ ਬਾਕੀ ਹੈ, ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ ਦੀ ਗੱਲ ਚੱਲਦੀ ਹੈ ਜਾਂ ਕੋਲੈਸਟਰੋਲ ਦੀ ਗੱਲ ਚੱਲਦੀ ਹੈ। ਸਾਡੇ ਬਹੁਤ ਸਾਰੇ ਜਿਹੜੇ ਭਰਾ ਨੇ ਟੈਕਸੀ ਡਰਾਈਵਰ, ਟਰੱਕ ਡਰਾਈਵਰਸ, ਉਹਨਾਂ ਨੂੰ ਇਹ ਕਾਫੀ ਵੱਡੀ ਪ੍ਰੋਬਲਮ ਹੈ। ਸੋ ਮੈਂ ਚਾਹੁੰਦਾ ਆਉਣ ਵਾਲੇ ਸਮੇਂ 'ਚ ਇਹਨਾਂ ਦੋ ਵਿਸ਼ਿਆਂ ਦੇ ਵੀ ਆਪਾਂ ਜ਼ਰੂਰ ਕਦੇ ਨਾ ਕਦੇ ਗੱਲ ਕਰੀਏ। ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਵੀ ਵੈਰੀ ਸੌਰੀ ਕਿ ਲਿਮਿਟਡ ਸਮਾਂ ਹੋਣ ਕਰਕੇ ਸ਼ਾਇਦ ਅਸੀਂ ਸਾਰੇ ਕੁਐਸਚਨਸ ਦੇ ਜਵਾਬ ਜਿਹੜੇ ਨੇ ਨਹੀਂ ਦੇ ਪਾਏ ਹੋਵਾਂਗੇ ਜੀ, ਬਟ ਵੀ ਵਿਲ ਟਰਾਈ ਆਵਰ ਬੈਸਟ। ਥੈਂਕ ਯੂ ਜੀ। ਤੇ ਜਿੰਨੇ ਵੀ ਸਰੋਤਿਆਂ ਨੇ ਆਪਣੀ ਹਾਜ਼ਰੀ ਲਵਾਈ, ਸਵਾਲ ਭੇਜੇ ਤੇ ਪ੍ਰੋਗਰਾਮ ਨੂੰ ਪਸੰਦ ਕੀਤਾ, ਉਹਨਾਂ ਦਾ ਵੀ ਅਸੀਂ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਕਈ ਵਾਰ ਆਪਣੀ ਸਿਹਤ ਸੰਬੰਧੀ ਅਸੀਂ ਵੇਸਲੇ ਹੋ ਜੀਦਾ, ਲੇਕਿਨ ਇਹਨਾਂ ਪ੍ਰੋਗਰਾਮਾਂ ਨੂੰ ਵੀ ਬਾਕੀ ਦੇ ਰੌਚਕ ਪ੍ਰੋਗਰਾਮਾਂ ਵਾਂਗ ਹੀ ਸੁਣਨ ਦੀ, ਦੇਖਣ ਦੀ ਜ਼ਰੂਰਤ ਹੈ ਤੇ ਅਸਰ ਕਰਨ ਦੀ ਜ਼ਰੂਰਤ ਹੈ। ਕੁਝ ਸਮੇਂ ਬਾਅਦ ਦੁਬਾਰਾ ਹਾਜ਼ਰ ਹੁੰਦੇ ਹਾਂ। ਸੁਣ ਰਹੇ ਰੇਡੀਓ ਸਪਾਈਸ। ਥੈਂਕ ਯੂ ਗੁਰਜੀਤ। ਥੈਂਕ ਯੂ ਭਾਜੀ, ਵੈਰੀ ਵੈਲ ਡਨ। ਥੈਂਕ ਯੂ ਭਾਜੀ। ਸੌਰੀ ਮੈਂ ਥੋੜਾ ਜਿਹਾ ਵਿੱਚ ਹਿਊਮਰ ਨਹੀਂ ਭਾਜੀ, ਇਟਸ ਗੁੱਡ, ਇਟਸ ਬਿਕਾਜ਼ ਆਫ ਵੈਰੀ ਇੰਪੋਰਟੈਂਟ। ਲੋਕਾਂ ਦੀ ਰੌਚਕਤਾ ਜਿਹੜੀ ਹੈ ਨਹੀਂ ਬਿਲਕੁਲ ਉਹਨੂੰ ਬਣਾ ਕੇ ਰੱਖਣਾ, ਉਹ ਬੋਰੀਅਤ ਨਹੀਂ ਕਰਨੀ ਆਪਾਂ। ਕਈ ਵਾਰ ਦੇਖਣ ਨੂੰ ਲੱਗਦਾ ਕਿ ਨਹੀਂ, ਐਬਸੋਲੂਟਲੀ ਫਾਈਨ।